ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਦੂਜਾ। ਚਾਕਰ ਲੱਗੈ ਚਾਕਰੀ, ਨਾਲੇ ਗਾਰਬਵਾਦ। ਗੱਲਾਂ ਕਰੇ ਕਨੇਰੀਆਂ, ਖਸਮ ਨ ਪਾਏ ਸਾਧ। ਆਪ ਗਵਾਏ ਸੇਵਾ ਕਰੇ, ਤਾ ਕਿਛ ਪਾਏ ਮਾਨ। ਨਾਨਕ ਜਿਸਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪਰਵਾਨ। ਮਹੱਲਾ ਦੂਜਾ। ਜੋ ਜੀ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਓ। ਬੀਜੇ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ। ਕੱਲ 22ਵੀਂ ਪੌੜੀ ਦੇ ਨਾਲ ਲੱਗਦੇ ਸ਼ਲੋਕਾਂ ਦੀ ਵਿਚਾਰ ਆਰੰਭ ਕੀਤੀ ਸੀ। ਇਸ 22ਵੀਂ ਪੌੜੀ ਦੇ ਨਾਲ 5 ਸ਼ਲੋਕ ਦਰਜ ਨੇ। 5 ਸ਼ਲੋਕ ਹੀ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਕੱਲ ਆਪਾਂ ਪਹਿਲਾ ਸ਼ਲੋਕ ਵਿਚਾਰ ਰਹੇ ਸਾਂ, ਜਿਸ ਦੇ ਵਿੱਚ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਇੱਕ ਸਿੱਖ, ਇੱਕ ਸੇਵਕ, ਇੱਕ ਜਿਗਿਆਸੂ, ਇੱਕ ਨੌਕਰ, ਉਹਦੇ ਬਾਰੇ ਇਹ ਗੱਲ ਸਮਝਾ ਰਹੇ ਨੇ। ਭਲਿਆ ਜੇ ਤੂੰ ਚਾਕਰੀ ਕਰਨੀ ਹੈ, ਨੌਕਰੀ ਕਰਨੀ ਹੈ, ਜੇ ਮਾਲਕ ਦੇ ਚਰਨਾਂ ਦਾ ਸੇਵਕ ਬਣਨਾ ਹੈ, ਤੇ ਇੱਕ ਗੱਲ ਯਾਦ ਰੱਖੀ, ਤੈਨੂੰ ਸੇਵਕ ਬਣਨ ਤੋਂ ਪਹਿਲਾਂ ਆਪਣੇ ਅੰਦਰ ਦਾ ਹੰਕਾਰ ਗਵਾਉਣਾ ਪਵੇਗਾ। ਤੈਨੂੰ ਸੇਵਕ ਬਣਨ ਤੋਂ ਪਹਿਲਾਂ ਆਪਣੀ ਰਸਨਾ ਤੋਂ ਫਿੱਕੇ ਬੋਲ ਜਿਹੜੇ ਨੇ ਉਹਨਾਂ ਨੂੰ ਬੰਦ ਕਰਨਾ ਪਵੇਗਾ। ਤੈਨੂੰ ਜਿਹੜੀਆਂ ਬਹੁਤੀਆਂ ਗੱਲਾਂ ਨੇ ਇਹ ਮਾਲਕ ਦੇ ਅੱਗੇ ਕਰਨੀਆਂ ਸ਼ੋਭਦੀਆਂ ਨਹੀਂ। ਜੇ ਇਹ ਚੀਜ਼ਾਂ ਤੇਰੇ ਵਿੱਚ ਨੇ ਤੇ ਸਤਿਗੁਰੂ ਕਹਿਣਗੇ ਤੂੰ ਆਪਣੇ ਮਾਲਕ ਦੀ ਖੁਸ਼ੀ ਨਹੀਂ ਲੈ ਸਕਦਾ। ਇਹ ਪਾਵਨ ਪੰਕਤੀਆਂ ਆਪਾਂ ਕੱਲ ਪੜ੍ਹੀਆਂ ਸਨ ਕਿ ਚਾਕਰ ਲੱਗੈ ਚਾਕਰੀ। ਜੇ ਇੱਕ ਸੇਵਕ ਸੇਵਾ ਦੇ ਵਿੱਚ, ਇੱਕ ਨੌਕਰ ਨੌਕਰੀ ਦੇ ਵਿੱਚ ਲੱਗੇ, ਨਾਲੇ ਗਾਰਬਵਾਦ ਤੇ ਨਾਲ ਹੰਕਾਰ 'ਚ ਵਾਦ ਵਿਵਾਦ ਝਗੜਾ ਕਰੇ, ਹੰਕਾਰ ਦੇ ਬੋਲ ਬੋਲੇ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ। ਸਤਿਗੁਰੂ ਕਹਿਣ ਲੱਗੇ ਗੱਲਾਂ ਦੇ ਨਾਲ ਤੇ ਅਸਮਾਨ ਨੂੰ ਤਾਕੀਆਂ ਲਾ ਦੇਵੇ। ਗੱਲਾਂ ਬੜੀਆਂ ਕਰਦਾ ਹੈ, ਪਰ ਗੱਲਾਂ ਦੇ ਨਾਲ ਖਸਮ ਦਾ, ਉਸ ਮਾਲਕ, ਉਸ ਪ੍ਰਭੂ ਦਾ ਜਿਹੜਾ ਹੈ ਉਹ ਖੁਸ਼ੀ, ਉਹਦਾ ਮਿਲਾਪ ਹਾਸਲ ਨਹੀਂ, ਉਹਦਾ ਪਿਆਰ ਹਾਸਲ ਨਹੀਂ ਹੋਣਾ। ਇਹਦੀ ਵਿਚਾਰ ਆਪਾਂ ਕੱਲ ਕੀਤੀ ਸੀ। ਤੇ ਯਾਦ ਰੱਖਿਓ, ਫਿਰ ਮਨੁੱਖ ਦੇ ਮਨ 'ਚ ਆਵੇਗਾ ਕਿ ਜੇ ਸੇਵਾ ਵੀ ਕੀਤੀ ਤੇ ਉਹਦਾ ਪ੍ਰਮਾਤਮਾ ਦੇ ਕੋਲੋਂ ਕੁਝ ਸਾਨੂੰ ਪ੍ਰੇਮ ਵੀ ਹਾਸਲ ਨਾ ਹੋਇਆ, ਉਹਦੀ ਖੁਸ਼ੀ ਵੀ ਹਾਸਲ ਨਾ ਹੋਈ, ਤੇ ਕੀ ਫਿਰ ਸੇਵਾ ਕੀਤੀ ਪ੍ਰਵਾਨ ਨਹੀਂ? ਕਿ ਸੇਵਾ ਨਹੀਂ ਕਰਨੀ ਚਾਹੀਦੀ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨਾਲ ਹੀ ਸਮਝਾ ਰਹੇ ਨੇ, ਕਹਿਣ ਲੱਗੇ ਸੇਵਾ ਕਰੋ, ਪਰ ਯਾਦ ਰੱਖਿਓ ਸੇਵਾ ਆਪਾ ਭਾਵ ਨੂੰ ਗਵਾ ਕੇ ਕਰਨੀ ਹੈ। ਕਹਿਣ ਲੱਗੇ ਆਪ ਗਵਾਏ ਸੇਵਾ ਕਰੇ, ਤਾਂ ਕਿਛ ਪਾਏ ਮਾਨ। ਕਹਿੰਦੇ ਆਪਾ ਭਾਵ ਖਤਮ ਕਰ ਦੇ, ਆਪਣੇ ਹੰਕਾਰ ਨੂੰ ਜਿਹੜਾ ਉਹ ਤੂੰ ਬਿਲਕੁਲ ਸੁੱਟ ਦੇ। ਜੋ ਪਰਮਾਤਮਾ ਕਰਦਾ ਹੈ ਉਸੇ ਨੂੰ ਹੀ ਸੱਤ ਕਰਕੇ ਮੰਨ ਲਾ। ਯਾਦ ਰੱਖੀ ਤੈਨੂੰ ਇਹਦੇ ਵਿੱਚ ਹੀ ਪਰਮਾਤਮਾ ਦੀ ਖੁਸ਼ੀ, ਪਰਮਾਤਮਾ ਦੇ ਘਰੋਂ ਇੱਜ਼ਤ, ਉਹਦੇ ਘਰੋਂ ਰਹਿਮਤ ਮਿਲ ਜਾਵੇਗੀ। ਮੈਂ ਇੱਕ ਬੇਨਤੀ ਕਰਾਂ, ਜਦੋਂ ਸਾਡਾ ਜਵਾਨੀ ਨਿਕਲਦੀ ਹੈ ਨਾ,
ਤੇ ਭਰ ਜਵਾਨੀ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ, ਭਾਵੇਂ ਧੀ ਹੈ ਭਾਵੇਂ ਪੁੱਤਰ ਹੈ, ਕਿਉਂਕਿ ਮੈਂ ਫੜ ਕੇ ਦੁਨੀਆ ਬਦਲ ਕੇ ਰੱਖ ਦੇਵਾਂਗਾ। ਜਦੋਂ ਅਸੀਂ ਕਾਲਜਾਂ ਤੋਂ ਯੂਨੀਵਰਸਿਟੀਆਂ ਚੋਂ ਨਿਕਲਦੇ ਹਾਂ, ਕਿਸੇ ਨਵੀਂ ਲਾਈਨ ਦੇ ਨਵੀਂ ਫੀਲਡ 'ਚ ਜਾਂਦੇ ਨੇ, ਇਹ ਚੀਜ਼ਾਂ ਮਨ 'ਚ ਆਉਂਦੀਆਂ ਨੇ। ਪਰ 2-4 ਸਾਲ ਤੁਸੀਂ ਆਪਣੀ ਫੀਲਡ ਦੇ ਵਿੱਚ ਧੱਕੇ ਖਾਓ, ਮੈਂ ਤਾਂ ਧੱਕੇ ਹੀ ਆਖਾਂਗਾ, ਉਹ ਤੋਂ ਬਾਅਦ ਪਤਾ ਲੱਗਦਾ ਕਿ ਇਹ ਸਿਸਟਮ ਨੂੰ ਅਸੀਂ ਬਦਲ ਨਹੀਂ ਸਕਦੇ। ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ, ਇੱਕ ਗੱਲ ਜ਼ਿੰਦਗੀ ਦਾ ਤਜਰਬਾ ਕਰਿਓ। ਇੱਕ ਉਹ ਪਲਾਨ ਨੇ ਜਿਹੜੇ ਤੁਸੀਂ ਮਨ ਦੇ ਵਿੱਚ ਕਰੀ ਬੈਠੇ, ਜੇ ਮੈਂ ਆਹ ਕਰਾਂਗਾ, ਆਹ ਨਹੀਂ ਹੋਇਆ ਤੇ ਆਹ ਕਰਾਂਗਾ, ਉਹ 'ਚ ਕਾਮਯਾਬੀ ਨਹੀਂ। ਇੱਕ ਪਾਸੇ ਤੁਸੀਂ ਜਿਹੜੀਆਂ ਨੇ ਉਹ ਉਕਤੀਆਂ ਜੁਗਤੀਆਂ ਵਰਤ ਕੇ ਥੱਕ ਗਏ, ਹੱਥ ਕੁਛ ਨਹੀਂ ਲੱਗਾ। ਇਹ ਤੋਂ ਕਿੰਨਾ ਚੰਗਾ ਤੁਸੀਂ ਸਾਰਾ ਕੁਝ ਪਰਮਾਤਮਾ 'ਤੇ ਸੁੱਟ ਦਿਓ। ਜਦੋਂ ਰੱਬ ਦੇ ਉੱਤੇ ਛੱਡ ਦਿਓਗੇ, ਫਿਰ ਜਿਹੜਾ ਜੀਵਨ ਹੈ ਉਹ ਜਿਉਣਾ ਬੜਾ ਸੌਖਾ ਹੋ ਜਾਂਦਾ ਹੈ। ਜਦੋਂ ਜਿਹੜੀ ਸਾਡੀ ਉਮਰ ਲੰਘਦੀ ਹੈ ਨਾ, ਜਿਵੇਂ ਆ ਨੌਕਰੀ ਵਾਲੀ ਉਮਰ, ਜਾਂ ਜਦੋਂ ਬੰਦੇ ਨੇ ਸੈਟਲ ਹੋਣਾ ਹੈ, ਇਹ ਬੜੀ ਔਖੀ ਹੁੰਦੀ ਹੈ। ਉੱਧਰੋਂ ਘਰਦਿਆਂ ਦਾ ਦਬਾਅ ਹੁੰਦਾ ਹੈ, ਉੱਧਰੋਂ ਬੰਦਾ ਸੋਚਦਾ ਮੈਂ ਇੰਨਾ ਪੜ੍ਹਿਆ ਲਿਖਿਆ, ਮੈਨੂੰ ਉਹਦੇ ਲਾਇਕ ਜਿਹੜੀ ਉਹ ਨੌਕਰੀ ਡਿਊਟੀ ਕੋਈ ਨਹੀਂ ਮਿਲਦੀ। ਬੜੀ ਤਗੜੀ ਟੈਨਸ਼ਨ ਹੈ। ਕੋਈ ਸੋਚਦਾ ਕਿਤੇ ਸੈਟਲ ਹੋ ਜਾ, ਕੋਈ ਸੋਚਦਾ ਕਿਤੇ ਸੈਟਲ ਹੋ ਜਾ। ਪਰ ਮੈਂ ਇੱਕ ਤਜਰਬਾ ਕਰਕੇ ਵੇਖਿਆ, ਤੁਸੀਂ ਆਪਣੀ ਵਾਹ ਲਾ ਲਓਗੇ ਨਾ। ਪਿੱਛੇ ਇੱਕ ਆਪਾਂ ਸ਼ਬਦ ਪੜ੍ਹਿਆ ਸੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ, ਕਿ ਵਧੀ ਸੋ ਵੱਜਗ ਨਾਨਕਾ ਸੱਚਾ ਵੇਖਿਆ ਸੋਏ, ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ। ਹੋਣਾ ਉਹੋ ਹੀ ਹੈ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ। ਤੁਸੀਂ ਇਹਦਾ ਅਰਥ ਇਹ ਨਾ ਕਰ ਲਿਓ ਕਿ ਕੋਈ ਆਰ ਪਾਰ ਨਹੀਂ ਕਰਨਾ। ਤੁਸੀਂ ਆਰ ਪਾਰ ਜ਼ਰੂਰ ਕਰੋ, ਮਿਹਨਤ ਕਰੋ, ਪਰ ਇਸ ਗੱਲ ਨੂੰ ਜਿਹੜਾ ਉਹ ਮਨ ਦੇ ਵਿੱਚੋਂ ਛੱਡ ਦਿਓ ਕਿ ਮੈਂ ਕਰਾਂਗਾ ਤੇ ਤਾਂ ਹੀ ਹੋਣਾ ਹੈ। ਮਿਹਨਤ ਕਰੋ, ਆ ਫਲ ਦੀ ਆਸ ਜਿਹੜੀ ਪਰਮਾਤਮਾ ਦੇ ਉੱਤੇ ਰੱਖੋ। ਜਦੋਂ ਤੁਸੀਂ ਆਪਣੇ ਮਨ ਤੋਂ ਇਹ ਬੋਝ ਲਾਹ ਦਿੱਤਾ ਨਾ, ਮੈਂ ਆਈਓ ਕਰਨਾ ਹੈ, ਤੇ ਯਾਦ ਰੱਖਿਓ ਫਿਰ ਮਨ ਬੜਾ ਹਲਕਾ ਫੁਲਕਾ ਹੋ ਜਾਂਦਾ, ਬੜਾ ਹੌਲਾ ਹੋ ਜਾਂਦਾ। ਇਹ ਹੰਕਾਰ ਹੀ ਅਸੀਂ ਚੁੱਕੀ ਫਿਰਦੇ, ਮੈਂ ਆਹ ਕਰ ਦਾਂਗਾ, ਮੈਂ ਉਹ ਕਰ ਦਾਂਗਾ। ਸਤਿਗੁਰੂ ਕਹਿਣਗੇ ਇਸੇ ਤਰੀਕੇ ਦੇ ਨਾਲ ਜੇ ਤੂੰ ਸੇਵਾ ਕਰਦਾ ਹੈ ਨਾ, ਕਈ ਵਾਰੀ ਸੇਵਾ ਨੂੰ ਲੈ ਕੇ ਵੀ ਸਾਡੇ ਮਨ ਦੇ ਉੱਤੇ ਬੜਾ ਹੰਕਾਰ ਹੁੰਦਾ ਹੈ ਕਿ ਮੇਰੇ, ਮੈਂ ਜਿਵੇਂ ਕੱਲ੍ਹ ਵੀ ਅਰਜ਼ ਕੀਤੀ ਸੀ, ਮੇਰੇ ਜਿੰਨੀ ਸੇਵਾ ਕੋਈ ਕਿਸੇ ਦੀ ਨਹੀਂ, ਮੇਰੇ ਵਰਗੀ ਕੋਈ ਸੇਵਾ ਨਹੀਂ ਕਰ ਸਕਦਾ। ਮੈਂ ਨਾ ਹੋਵਾਂ ਤੇ ਇੱਥੇ ਸੇਵਾ ਨਹੀਂ ਹੋ ਸਕਦੀ। ਪਰ ਸਤਿਗੁਰੂ ਕਹਿੰਦੇ ਆ ਜਿਹੜਾ ਪੱਥਰ ਚੁੱਕੀ ਫਿਰਦਾ ਨਾ ਹੰਕਾਰ ਦਾ, ਇਹਨੂੰ ਸੁੱਟ ਦੇ, ਆਪਾ ਭਾਵ ਨੂੰ ਗਵਾ ਦੇ। ਇਹ ਮੈਂ ਬਾਹਰੀ ਤੌਰ 'ਤੇ ਤਾਂ ਤੁਹਾਨੂੰ ਜਿਹੜੀ ਇੱਕ ਦੇਸੀ ਜੀ ਉਦਾਹਰਨ ਦਿੱਤੀ। ਅਸੀਂ ਰੋਜ਼ ਸੋਚਦੇ ਹਾਂ, ਕਈ ਕੁਝ ਸੋਚਦੇ ਹਾਂ, ਨਹੀਂ ਜੇ ਸ਼ਾਮ ਤੱਕ ਹੁੰਦਾ ਤੇ ਮਨੁੱਖ ਟੈਨਸ਼ਨ ਦੇ ਵਿੱਚ ਜੀ ਜਾਂਦਾ ਹੈ। ਬੱਚੇ ਸਾਡੇ ਵਿਚਾਰੇ ਨੌਜਵਾਨ ਜਿਹੜੇ ਨੇ, ਉਹ ਭਵਿੱਖ ਦਾ ਜਿਹੜਾ ਉਹਨਾਂ ਦਾ ਉਹ ਟੈਨਸ਼ਨ 'ਚ ਪਤਾ ਨਹੀਂ ਕੀ ਬਣਨਾ ਹੈ। ਸਤਿਗੁਰੂ ਕਹਿਣਗੇ ਤੂੰ ਆਪਾ ਭਾਵ ਗਵਾ ਦੇ, ਜੋ ਕਰੇਗਾ ਪਰਮਾਤਮਾ ਕਰੇਗਾ। ਇੱਥੇ ਵੀ ਉਹ ਗੱਲ ਹੈ, ਸਤਿਗੁਰੂ ਕਹਿਣਗੇ ਆਪ ਗਵਾਏ, ਤੂੰ ਆਪਣੇ ਆਪ ਨੂੰ ਖਤਮ ਕਰ ਦੇ ਕਿ ਤੂੰ ਕੁਛ ਕਰ ਸਕਦਾ ਹੈ। ਆਪਣੇ ਆਪ ਨੂੰ ਖਤਮ ਕਰ ਦੇ ਕਿ ਤੇਰੇ ਕੀਤਿਆਂ ਕੁਛ ਹੋਣਾ ਹੈ। ਆਪ ਗਵਾਏ, ਸੇਵਾ ਕਰੇ। ਕਹਿੰਦੇ ਆਪਣੀ ਜਿਹੜੀ ਹੈ ਹੰਕਾਰ ਨੂੰ, ਆਪਣੀ ਹਉਮੈ ਨੂੰ ਖਤਮ ਕਰਕੇ ਤੂੰ ਸੇਵਾ ਕਰ ਤੇ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਏਗਾ। ਇੱਕ ਗੱਲ ਗੁਰਮੁਖੋ ਯਾਦ ਰੱਖਿਓ, ਮੈਂ ਪਿਛਲੇ ਦਿਨੀ ਪਿਆਰ ਦਾ ਕਨਸੈਪਟ ਚੱਲਿਆ, ਉਦੋਂ ਵੀ ਇਹ ਗੱਲ ਕਹੀ ਸੀ ਕਿ ਪ੍ਰੇਮ ਦੇ ਵਿੱਚ ਜਿਹੜਾ ਹੈ ਨਾ, ਉਹ ਆ ਸੌਦੇਬਾਜ਼ੀਆਂ ਨਹੀਂ ਚੱਲਦੀਆਂ, ਆ ਦਲੀਲਾਂ ਉਕਤੀਆਂ ਜੁਗਤੀਆਂ ਨਹੀਂ ਚੱਲਦੀਆਂ। ਤੁਸੀਂ ਗੁਰੂ ਕੋਲੋਂ ਸੇਵਾ ਦੇ ਨਾਲ ਕੁਝ ਖੱਟਣਾ ਚਾਹੁੰਦੇ, ਮੈਂ ਇੱਕ ਸ਼ਬਦ ਪੜ੍ਹ ਦੇਣਾ, ਇੱਕ ਇਤਿਹਾਸ ਦੀ ਸਾਖੀ ਲੈ ਲੈਂਦੇ, ਤੇ ਆਪਣੀ ਹਉਮੈ ਨੂੰ ਮਾਰ ਦਿਓ। ਸਭ ਤੋਂ ਪਹਿਲੀ ਸਾਡੀ ਅੰਦਰ ਇਹ ਹਉਮੈ ਹੁੰਦੀ ਹੈ ਕਿ ਮੈਂ ਸੇਵਾ ਕਰ ਰਿਹਾ ਤੇ ਇਹਨੂੰ ਵੇਖ ਕਿੰਨੇ ਕੁ ਜਾਣੇ ਰਹੇ ਨੇ, ਕਿੰਨੇ ਕੁ ਜਾਣੇ ਮੈਨੂੰ ਨਜ਼ਰ ਅੰਦਾਜ਼ ਕਰਦੇ ਨੇ, ਤੇ ਕਿੰਨੇ ਕੁ ਜਾਣਿਆਂ ਦੀ ਮੇਰੇ ਉੱਤੇ ਨਜ਼ਰ ਹੈ ਕਿ ਮੈਂ ਸੇਵਾ ਕਰਦਾ। ਸਤਿਗੁਰੂ ਕਹਿੰਦੇ ਇਹਨਾਂ ਚੀਜ਼ਾਂ ਨੂੰ ਤੂੰ ਦੂਰ ਰੱਖ। ਤੁਸੀਂ ਸੇਵਾ ਕਰਨ ਆਉਂਦੇ ਜੇ, ਤੁਸੀਂ ਸੇਵਾ ਕਰਦੇ ਜੇ, ਸਿਮਰਨ ਕਰਦੇ ਜੇ, ਮੈਂ ਇੱਕੋ ਬੇਨਤੀ ਕਰਾਂ, ਬਸ ਇੱਕੋ ਗੱਲ ਨੂੰ ਧਿਆਨ 'ਚ ਰੱਖਿਓ, ਕਰਮ ਉਹ ਕਰਨਾ ਜਿਹਦੇ ਨਾਲ ਗੁਰੂ ਖੁਸ਼ ਹੋ ਜਾਵੇ। ਲੋਕਾਂ ਦੀ ਪਰਵਾਹ ਨਹੀਂ ਕਰ ਸਕਦੇ ਅਸੀਂ, ਲੋਕ ਨਹੀਂ ਸਾਡੇ ਕੋਲ ਖੁਸ਼ ਹੋਣੇ ਜੇ ਤੁਸੀਂ ਇੱਦਾਂ। ਅੱਜ ਤੇ ਇੰਨਾ ਕੁ ਸਾਡੇ ਕੌਮ ਦੇ ਵਿੱਚ ਰਲਾ ਪਾਇਆ ਜਾ ਰਿਹਾ, ਕੋਈ ਕਹਿੰਦਾ ਜੀ ਇੱਦਾਂ ਨਾਮ ਜਪੋ, ਕੋਈ ਕਹਿੰਦਾ ਇੱਦਾਂ ਨਾਮ ਜਪੋ। ਜਿਹੜਾ ਕੰਮ ਜੋਗੀਆਂ ਦਾ ਅਸੀਂ ਅੱਜ ਸਿੱਖ ਕਰ ਰਹੇ ਜੇ, ਮੈਡੀਟੇਸ਼ਨ ਕਰ ਲਓ, ਪਤਾ ਨਹੀਂ ਕਿਹੜੇ ਪਾਸੇ ਨੂੰ ਅਸੀਂ ਤੁਰ ਪਏ। ਯਾਦ ਰੱਖਿਓ ਇਹਨਾਂ ਚੀਜ਼ਾਂ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ। ਸਤਿਗੁਰੂ ਕਹਿੰਦੇ ਤੂੰ ਸਿਮਰਨ ਕਰ, ਇਸ ਹਿਸਾਬ ਦੇ ਨਾਲ ਕਰ, ਤੇਰੀ ਗੁਰੂ ਦੇ ਨਾਲ ਬਣ ਆਵੇ। ਤੂੰ ਸੇਵਾ ਕਰ ਇੰਨੇ ਕੁ ਭਾਵਨਾ ਦੇ ਨਾਲ ਕਰਕੇ ਤੇਰੀ ਹਉਮੈ ਮੁੱਕ ਜਾਵੇ ਤੇ ਅੰਦਰੋਂ ਜਿਹੜਾ ਪ੍ਰੇਮ ਗੁਰੂ ਲਈ ਪੈਦਾ ਹੋਵੇ ਤੇ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇ। ਇੱਕ ਸ਼ਬਦ ਪੜ੍ਹ ਦੇਣਾ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਪਦਾ ਜੀ, ਸੁਖਮਨੀ ਸਾਹਿਬ ਦਾ। ਸਤਿਗੁਰਾਂ ਦਾ ਬਚਨ ਕਹਿਣ ਲੱਗੇ, ਗੁਰ ਕੈ ਗ੍ਰਹਿ ਸੇਵਕ ਜੋ ਰਹੈ। ਜਿਹੜਾ ਸੇਵਕ ਗੁਰੂ ਦੇ ਗ੍ਰਹਿ, ਉਹਦੇ ਘਰ ਦੇ ਵਿੱਚ ਰਹਿੰਦਾ ਹੈ, ਮਾਲਕ ਦੇ ਚਰਨ। ਇੱਥੇ ਘਰ ਦਾ ਅਰਥ ਨਹੀਂ ਜਿਹੜਾ ਨਿੱਜੀ ਤੌਰ 'ਤੇ ਰਹਿੰਦਾ। ਹੁਣ ਜਿਵੇਂ ਅਸੀਂ ਤਾਂ ਸਾਰੀ ਦਿਹਾੜੀ ਰਹਿੰਦੇ ਹਾਂ, ਇਹਦਾ ਅਰਥ ਇਹ ਨਹੀਂ ਲੈਣਾ ਕਿ ਜਿਹੜੇ ਸਾਰੀ ਦਿਹਾੜੀ ਰਹਿੰਦੇ ਨੇ। ਇਹਦਾ ਭਾਵ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਸਮਰਪਣ ਹੈ,
ਜਿਹਦੀ ਸੁਰਤ ਦੇ ਵਿੱਚੋਂ परमात्मा कदी नहीं भुलदा। गुर कै गृह सेवक जो रहे, सब तो पहली हदायत है जी गुर की आग्या मन में सहे। वो गुरु की आग्या नूं मन दे विच सत करके मन लवे। जो गुरु कहंदा है ना उन्होंने तुसी सत करके प्रवान कर लो। गुर कै गृह सेवक जो रहे, गुर की आग्या मन में सह। आपस कौ कर कछ ना जनावै, हर हर नाम हृदय सद ध्यावै। मन बेचे सतगुर के पास, अगे की है तिस सेवक के कारज। असी तो अपने मन दियां मनाउण आउंदे आ, असी अपनियां गल्लां चुक्की आउंदे कि महाराज मैनूं आ दे दिओ, आ दे दिओ। एक गल याद रखियो, जिहड़ियां असी चीज़ां मंगदे आ ना, कई वारी वो नुकसानदायक हुंदियां ने। एक छोटी जी उदाहरण दे देना। एक बच्चा छोटा, छोटे बच्चों नूं जां ते चॉकलेट खाण दा शौक हुंदा है ते जां आइसक्रीम खाण दा, कुल्फियां खाण दा शौक हुंदा है। इन्हां दोवां दे नाल सेहत विगड़दी है। तुसी सियाल दे विच बच्चे नूं आइसक्रीम दिओगे, कुल्फियां दिओगे, उहदे नाल जुकाम होवेगा, सेहत विगड़दी है। ज़्यादियां चॉकलेटां, ज़्यादियां टॉफियां दिओगे, दंद खराब हुंदे ने। हुण बच्चे की करदे ने, बच्चे खाणों हटदे नहीं, पर माँ बाप बच्चे नूं वरजदा है। इहदा भाव ये नहीं कि माँ बाप बच्चे की खुशी नहीं चाहुंदा, वो खुशी चाहुंदा है, पर वो इस तरीके दे नाल चाहुंदा है कि कल नूं बच्चे का नुकसान कोई ना होवे। तो जे माँ बाप लिया के चॉकलेटां का ढेर ला दे तो मेरे हिसाब नाल महीना नहीं साडे दंद कटदे। जो हिसाब चलदा बच्चों तुसीं वेखो, निक्के हुंदे सारिਆਂ ਦੇ दंद खराब ने। माँ नूं पता है, बाप नूं पता है मेरे बच्चे के दंद खराब हो जाणगे। उन्होंने पता जे इनू सियाल च आइसक्रीम दित्ती, जे उन्होंने खाण नूं ठंडियां चीज़ां दित्तियां, छाती रुक जाएगी। याद रखियो, बच्चा मंगदा है, माँ बाप कई बारी झिड़क के चुप करा दिंदा है, बच्चा रो रा के चुप हो जाता। असीं गुरु कोलों मंगदे आ, बस कई बारी नहीं दात मिलती ना, असीं गुरु का लड़ छड्ड के दूसरे पासे नूं जा टपकदे। शायद साडे बाबे दे विच ताकत नहीं। गल याद रखियो, गल ताकत दी नहीं, गल इन्ना क मान रखियो। मैं परसों भी कहा सी, जिहड़ी चीज़ नहीं मिलती वो शुक्र करया करो कि पातशाह पता नहीं किहड़ा दुख निकलना सी, तू चंगा होया मेरे नूं इह तों बचा लिया। कोई होर जिहड़ी वो दात जिहड़ी मेरे लिए फिट है वो तू दे देवीं। जिहड़ी चीज़ मौसम के हिसाब नाल सानूं खानी चाहिए, वो शरीर नूं जिहड़ी आराम दिंदी है, तंदरुस्ती दिंदी है। जिहड़ी चीज़ साडे जीवन के लिए सही है ना, गुरु उहिओ दिंदा जी। जे तुसीं जिद करके मंगदे, कई बारी इदां कि गुरु घर जिद पूरी हो जाती है। अमृत बाणी का एक बड़ा प्यारा बचन है कि पावो दान ढीठ होए मांगो। कहते तू किन्ना क मैनूं ना करी जावेंगा। जो मैं पढ़दा ना, मैं बड़ियां चीज़ां सामने आउंदियां, कह लगे तू किन्ना क मना कर, मैं ढीठ होके मंगांगा। हुण बच्चा ढीठ हो जाए, चलो लेटी जाए भुंजे, माँ बाप लैके दे दिंदा भी छड्डो, इन्हें रोणों नहीं हटना। वो कह जो हुंदा होण दे। फिर माँ हार के कहंदी तेरे दंद खराब होंदे, तो हो जे जुकाम लगदा तो लगे लै आ तेरा काम निबेड़िया। फिर परमात्मा भी कहंदा जे ये इन्ना ही मगर पिया दे दे। उस तो बाद दुख निकलते हैं। जो दुख निकलते हैं फिर असीं कहने कि मैं तो सेवा बड़ी की सी, पता नहीं दुख क्यों नहीं, क्यों इन्ने निकला है। याद रखियो, तू सेवा की सी पर तेरी डिमांड जिहड़ी वो गलत सी। सतगुरु कहंदे नहीं, मन बेचे सतगुर के पास, अपना मन गुरु के हवाले कर दे। जो मन गुरु के हवाले करता ना, एक गल याद रखियो, गुरु जो भी दवेगा उहदे विच ही साडा भला होवेगा। गुरु जिहड़ी भी दात दिंदा, इहदा अर्थ ये नहीं कि गुरु दात नहीं दिंदा। गुरु दात दिंदा है, गुरु वो दात दिंदा जिहदे नाल सिख दा जीवन बरकरार रहे। जो माँ बाप खुराक खवाउंदा है ना बच्चे नूं, याद रखियो बच्चे की सेहत बनदी जे। बच्चा अपनी मर्जी के नाल खावे तो सेहत विगड़दी। अज चलो बच्चे छड्ड के अज जो असीं नौजवान वेखदे आ, नौजवान साडे धीआं पुत्त जिहड़े ने बाहर मूँह मारदे फिरदे ने, कदी बर्गर खा ले, कदी निकट सो, सेहतां विगड़दियां ने। तो जो माँ दिंदी है, माँ बर्गर नहीं बना के दिंदी। हुण तो चलो अज दियां मावां आप भी मैगी खांदियां ने, बच्चों भी वो तुन दित्ती। पुराणियां मावां बच्चों नूं दुध दिंदियां हुंदियां सन। जे कोई नौजवान पुत्त होना ना जवान, उन्होंने चूरी कुट के देनी। माँ की भी मेहनत लगती सी, तो पुत्त दे भी नज़र आउंदी सी कि इन्हें चूरी खाधी है। मक्खण दीयां डलियां धीआं नूं खवाउणियां कि कल नूं काम आउणगियां, पुत्तां नूं खवाउणियां। अज माँ भी मैगी ते लगी है तो पुत्त भी मैगी ते लगा, काम कित्थों बनना है कोई। एक गल याद रखियो, जो गुरु दात दिंदा है ना, जे माँ बाप सियाणा चंगी खुराक देवे, धी पुत्त की सेहत बनती जे। गुरु जो दात दिंदा तो सिख का जीवन कड़िया जाता है। तू अपने मन नूं गुरु के चरणों च समर्पण कर दे, कभी भुखा नहीं मरेगा, कभी गुरु टोता नहीं आउण देवेगा किसी चीज़ का। बस तेरे मन दे विच शंका कदी ना रहे। एक गल ये तजर्बा करके वेखियो, कई बारी मन च हुंदा ना कि मेरा मैं एक गल इत्थे कहना हुंदा, चलो कभी भी ये ना आखो कि महाराज मैनूं इन्नी माया की लोड़ है, जां मेरी तनख्वाह वध जाए, जां मैनूं मेरा बिजनेस इन्ना चल जाए। एक अरदास करिया करो कि पातशाह जिन्नी क माया दित्ती है खर्ची उन्ना क पावीं। ये सिस्टम वधिया रहिंदा जी।
ਜੇ ਤੁਸੀਂ ਪੈਸੇ ਜ਼ਿਆਦਾ ਮੰਗ ਲਏ ਫਿਰ ਉਹ ਜ਼ਿਆਦਾ ਅੱਗੇ ਹੁਣ ਵੰਡਣੇ ਹੀ ਨਾ ਰੱਬ ਨੇ, ਹੁਣ ਉਹ ਤੁਹਾਡੇ ਪੈਸੇ 'ਚੋਂ ਡਾਕਟਰਾਂ ਦਾ ਕੰਮ ਵੀ ਚਲਾਉਣਾ ਹੈ। ਜੇ ਤੁਹਾਡੇ ਪੈਸੇ ਡਾਕਟਰਾਂ ਕੋਲ ਗਏ ਫਿਰ ਸਿਹਤ ਵੀ ਖਰਾਬ ਹੋਵੇਗੀ। ਤੁਸੀਂ ਉਲਟੇ ਮੰਗਿਆ ਕਰੋ ਕਿ ਬਾਬਾ ਉਨੇ ਕੁ ਪੈਸੇ ਦੇਈ ਜਿੰਨੇ ਕੁ ਨਾਲ ਮੇਰਾ ਹੀ ਕੰਮ ਚੱਲੇ, ਡਾਕਟਰ ਕੋਲ ਜਾਣ ਦੀ ਲੋੜ ਹੀ ਨਾ ਪਵੇ ਸਾਨੂੰ। ਇਸ ਕਰਕੇ ਥੋੜ੍ਹਾ ਖਾਓਗੇ, ਥੋੜ੍ਹਾ ਮੰਗੋਗੇ, ਉਹਦੇ 'ਚ ਜ਼ਿਆਦੀਆਂ ਰਹਿਮਤਾਂ ਨੇ। ਮਨ ਵੇਚੇ ਸਤਿਗੁਰ ਕੇ ਪਾਸ, ਆਪਣਾ ਮਨ ਗੁਰੂ ਦੇ ਚਰਨਾਂ 'ਚ ਵੇਚਦੇ ਕੀ ਹੋਵੇਗਾ, ਤਿਸ ਸੇਵਕ ਕੇ ਕਾਰਜ ਰਸ। ਜਿਹਦਾ ਮਨ ਗੁਰੂ ਦੇ ਚਰਨਾਂ 'ਚ ਵਿਕ ਜਾਂਦਾ ਹੈ, ਫਿਰ ਉਹਦੇ ਬਾਰੇ ਗੁਰੂ ਅਰਜੁਨ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜਿਹਦਾ ਮਨ ਗੁਰੂ ਦੇ ਚਰਨਾਂ 'ਚ ਅਰਪਣ ਹੋ ਜਾਂਦਾ ਨਾ, ਉਹ ਜੋ ਗੁਰੂ ਦੇ ਕੋਲ ਬਚਨ ਕਰਦਾ ਉਹ ਸੱਤ ਹੋ ਜਾਂਦੇ ਨੇ। ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਸ, ਸੇਵਾ ਕਰਤ ਹੋਏ ਨਿਹਕਾਮੀ। ਇਹ ਦੋ ਤਰ੍ਹਾਂ ਦੀ ਸੇਵਾ ਹੁੰਦੀ, ਇੱਕ ਕਾਮਨਾ ਰਹਿਤ, ਇੱਕ ਕਾਮਨਾ ਸੰਯੁਕਤ। ਕਾਮਨਾ ਕਹਿੰਦੇ ਨੇ ਜੀ ਇੱਛਾ ਨੂੰ, ਰਹਿਤ ਦਾ ਅਰਥ ਹੈ ਬਿਨਾਂ। ਇੱਕ ਸੇਵਾ ਉਹ ਹੈ ਜਿਹੜੀ ਕੇਵਲ ਤੇ ਕੇਵਲ ਪ੍ਰੇਮ ਦੇ ਵਿੱਚ ਭਿੱਜ ਕੇ ਕੀਤੀ ਜਾ ਰਹੀ ਹੈ। ਮੈਨੂੰ ਕਿਸੇ ਡਿਮਾਂਡ, ਮੇਰੇ ਮਨ 'ਚ ਕੋਈ ਡਿਮਾਂਡ ਨਹੀਂ ਹੈਗੀ, ਕਿਸੇ ਚੀਜ਼ ਦੀ ਲੋੜ ਨਹੀਂ, ਬਸ ਇੱਕੋ ਚੀਜ਼ ਹੈ, ਮੇਰਾ ਪਿਆਰ ਤੇਰੇ ਚਰਨਾਂ ਦੇ ਨਾਲ ਬਣਿਆ ਰਹੇ। ਇਹਨੂੰ ਬਾਣੀ ਕਹਿੰਦੀ ਹੈ ਮਾਨ ਮੰਗੋ। ਇਹਨੂੰ ਬਾਣੀ ਕਹਿੰਦੀ ਹੈ ਕਿ ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮੈਂ ਬੰਦਗੀ ਕਰਦਾ, ਨਾ ਤੇ ਮੈਨੂੰ ਰਾਜ ਦੀ ਲੋੜ ਹੈ, ਨਾ ਮੈਨੂੰ ਮੁਕਤੀ ਦੀ ਲੋੜ ਹੈ। ਮੈਂ ਚਾਹੁੰਦਾ ਕਿ ਮੈਂ ਜਿਹੜੇ ਭਾਵਨਾ ਨਾਲ ਮੈਂ ਬਾਣੀ ਪੜ੍ਹਦਾ, ਇਹ ਪ੍ਰੀਤ ਤੇਰੇ ਨਾਲ ਬਣੀ ਰਹੇ। ਜੇ ਮੈਂ ਸੇਵਾ ਕਰਦਾ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੈਂ ਇਹ ਸੇਵਾ ਤਾਂ ਕਰਦਾ ਮੇਰੇ ਅੰਦਰ ਦਾ ਖੇੜਾ ਜਿਹੜਾ ਉਹ ਪੈਦਾ ਹੁੰਦਾ ਰਹੇ ਤੇ ਮੇਰਾ ਅੰਦਰ ਖਿੜਿਆ ਰਹੇ। ਇਹ ਕਾਮਨਾ ਰਹਿਤ ਹੈ, ਕੋਈ ਕਾਮਨਾ ਨਹੀਂ। ਜਿਹੜੀਆਂ ਅਸੀਂ ਕਰਦੇ ਹਾਂ, ਅਸੀਂ ਤੇ ਇਹ ਜਿਹੜੇ ਘਰ 'ਚ ਖੰਡ ਪਾਠ ਸੁਖਣੀ ਸਾ, ਉਹ ਵੀ ਸੁਖਣਾ ਦੇ ਨਾਲ ਹੀ ਕਰਾਏ ਜਾਂਦੇ। ਅਸੀਂ ਤੇ ਡੀਲ ਕਰਦੇ ਨਾ ਪਰਮਾਤਮਾ ਦੇ ਨਾਲ। ਆ ਸੁਖਣਾ ਸਾਡਾ ਕਨਸੈਪਟ ਨਹੀਂ ਸੀ, ਸਿੱਖ ਧਰਮ ਦਾ ਹਿੱਸਾ ਨਹੀਂ ਜੀ ਹੈਗੀ ਸੁਖਣਾ, ਪਰ ਇਹ ਸਾਡੇ ਵਿੱਚ ਲਿਆ ਕੇ ਡੇਰਾਵਾਦ ਨੇ ਵਾੜ ਦਿੱਤਾ। 40 ਦਿਨ ਤੂੰ ਆਹ ਕਰ ਲਾ, ਤੇਰਾ ਆਹ ਕੰਮ ਬਣ ਜਾਏਗਾ, ਇੰਨੇ ਦਿਨ ਆਹ ਕਰ ਲਾ, ਆਹ ਬਣ ਜਾਏਗਾ। ਯਾਦ ਰੱਖਿਓ, ਸੁੱਖ ਦੇ ਲਈ ਸਾਰੇ ਅਰਦਾਸਾਂ ਕਰਦੇ ਜੇ, ਸੁੱਖ ਮਿਲ ਜਾਂਦਾ ਏ, ਤੇ ਦੁੱਖ ਵੀ ਸਾਰਿਆਂ ਨੂੰ ਮਿਲਦਾ। ਦੁੱਖ ਦੀ ਕਦੀ ਅਰਦਾਸ ਕੀਤੀ ਤੁਸੀਂ? ਨਹੀਂ ਕੀਤੀ। ਦੁੱਖ ਦੀ ਅਰਦਾਸ ਨਹੀਂ ਕੀਤੀ, ਦੁੱਖ ਆਪੇ ਹੀ ਆ ਗਿਆ। ਜੇ ਦੁੱਖ ਆਪੇ ਆਉਂਦਾ ਫਿਰ ਸੁੱਖ ਵੀ ਆਪੇ ਹੀ ਆ ਜਾਣਾ ਹੈ। ਦੋਵੇਂ ਚੀਜ਼ਾਂ ਬਰਾਬਰ ਚੱਲਦੀਆਂ ਨੇ ਨਾ, ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ, ਇਹ ਦੋਵੇਂ ਚੀਜ਼ਾਂ ਬਰਾਬਰ ਨੇ। ਜੇ ਰਾਤ ਆਪਣੇ ਆਪ ਆਈ ਹੈ ਤਾਂ ਕੁਝ ਘੰਟੇ ਸਬਰ ਕਰ ਲਓ, ਦਿਨ ਵੀ ਆਵੇਗਾ। ਜੇ ਦਿਨ ਹੈ ਤਾਂ ਉਸ ਤੋਂ ਬਾਅਦ ਰਾਤ ਵੀ ਆਵੇਗੀ। ਸਤਿਗੁਰੂ ਕਹਿ ਲੱਗੇ ਸੇਵਾ ਕਰਤ ਹੋਏ ਨਿਹਕਾਮੀ। ਜਦੋਂ ਤੂੰ ਕਾਮਨਾ ਤੋਂ ਰਹਿਤ ਸੇਵਾ ਕਰੇਗਾ, ਭਾਵਨਾ ਦੇ ਨਾਲ ਬਾਣੀ ਪੜ੍ਹੇਗਾ, ਭਾਵਨਾ ਦੇ ਨਾਲ ਸੇਵਾ ਸਿਮਰਨ ਲੋਕ ਭਲਾਈ ਦੇ ਕੰਮ ਕਰੇਗਾ, ਅੰਦਰ ਦੀ ਕੋਈ ਵਾਸ਼ਨਾ ਨਹੀਂ, ਅੰਦਰ ਦੀ ਕੋਈ ਹਉਮੈ ਨਹੀਂ, ਕੋਈ ਡਿਮਾਂਡ ਨਹੀਂ, ਫਿਰ ਕੀ ਮਿਲੇਗਾ ਜੀ? ਇੱਕ ਤੇ ਕਾਮਨਾ ਦੇ ਨਾਲ ਮੈਂ ਮਨ 'ਚ ਕਾਮਨਾ ਲੈ ਲਈ, ਜਿਵੇਂ ਮੈਂ ਸੁਖਣਾ ਦੀ ਗੱਲ ਕੀਤੀ ਕਿ ਮੇਰਾ ਆਹ ਕੰਮ ਬਣ ਜੇ ਤਾਂ ਮੈਂ ਇੰਨੇ ਦਿਨ ਸੇਵਾ ਕਰਾਂਗਾ, ਆਹ ਕੰਮ ਬਣ ਜੇ ਤਾਂ ਮੈਂ ਪਾਠ ਕਰਾਂਗਾ, ਆਹ ਕੁਝ ਕਰਾਂਗਾ। ਉਹ ਚੀਜ਼ ਮਿਲ ਗਈ, ਤੁਸੀਂ ਪਾਠ ਕਰਦਾ, ਚੈਪਟਰ ਕਲੋਜ਼ ਹੋ ਗਿਆ, ਹਿਸਾਬ ਕਿਤਾਬ ਨਿਬੜ ਗਿਆ। ਪਰ ਇੱਕ ਪਾਸੇ ਤੁਸੀਂ ਬਾਣੀ ਪੜ੍ਹੀ ਜਾ ਰਹੇ ਜੇ, ਸੇਵਾ ਕਰਦੇ ਪਏ ਜੇ, ਕਾਮਨਾ ਕੋਈ ਨਹੀਂ, ਫਿਰ ਕੀ ਮਿਲੇਗਾ? ਮਨ 'ਚ ਆਉਂਦਾ ਨਾ ਸਾਨੂੰ ਕੋਈ ਨਾ ਕੋਈ ਤਾਂ ਚਾਹੀਦਾ ਨਾ। ਸਤਿਗੁਰੂ ਕਹਿੰਦੇ ਪੁੱਤ ਮਿਲੇਗਾ। ਕੀ ਮਿਲੇਗਾ? ਕਹਿੰਦੇ ਸਾਰੀਆਂ ਚੀਜ਼ਾਂ ਦਾ ਮਾਲਕ ਹੀ ਮਿਲ ਜਾਵੇਗਾ। ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨੂੰ ਪ੍ਰਾਪਤੀ ਜਿਹੜੀ ਉਹ ਸੁਆਮੀ ਦੀ ਹੋ ਜਾਏਗੀ, ਅਕਾਲ ਪੁਰਖ ਵਾਹਿਗੁਰੂ ਦੀ ਹੋ ਜਾਏਗੀ। ਕਿਹਨੂੰ? ਜਿਹਨੂੰ ਸਤਿਗੁਰੂ ਅੱਜ ਮਹਾਰਾਜ ਜੀ ਕਹਿ ਰਹੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਜੇ ਤੂੰ ਆਪਾ ਭਾਵ ਗਵਾ ਕੇ ਸੇਵਾ ਕਰੇਗਾ ਨਾ, ਤੇ ਤਾਂ ਪਰਮਾਤਮਾ ਦੀ ਦਰਗਾਹ ਦੇ ਵਿੱਚੋਂ ਤੈਨੂੰ ਮਾਣ ਮਿਲਦਾ ਹੈ। ਇੱਕ ਇਤਿਹਾਸ ਦੀ ਸਾਖੀ ਤੁਹਾਡੇ ਨਾਲ ਮੈਂ ਸਾਂਝੀ ਕਰ ਦਿੰਦਾ। ਮਾਲਵੇ ਦੀ ਧਰਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪ੍ਰਚਾਰ ਦੌਰੇ 'ਤੇ ਜਾਂਦੇ ਨੇ। ਇੱਥੇ ਸਤਿਗੁਰੂ ਇੱਕ ਇਲਾਕੇ ਦੇ ਵਿੱਚ ਇਹ ਰੁਕੇ ਹੋਏ ਨੇ, ਤੇ ਰੁਕਣ ਕਰਕੇ ਕਿਉਂਕਿ ਗੁਰੂ ਸਾਹਿਬ ਸਰੀਰਕ ਹਿਆਤੀ 'ਚ ਜਦੋਂ ਵਿਚਰਦੇ ਸਨ, ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਸਨ। ਜੇ ਇੱਕ ਥਾਂ 'ਤੇ ਸਤਿਗੁਰੂ ਰੁਕਦੇ, ਇਹ ਧੰਮ ਦੀ ਧਰਤੀ ਹੈ, ਧੰਮ ਧਰਤੀ 'ਤੇ ਸਤਿਗੁਰੂ ਰੁਕੇ ਗੁਰੂ ਤੇਗ ਬਹਾਦਰ ਸਾਹਿਬ। ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਨੂੰ ਆਉਂਦੀਆਂ ਨੇ। ਉਦੋਂ ਸੁਭਾਵਕ ਸੀ ਕਿ ਰਸਤੇ ਕੱਚੇ ਸਨ, ਥਾਂ ਵੀ ਕੱਚੀ, ਅੱਜ ਵਾਂਗੂ ਤੇ ਚਾਦਰਾਂ ਤੇ ਵਿਛਦੀਆਂ ਨਹੀਂ ਸਨ, ਕਾਰਪੇਟ ਤੇ ਹੈ ਨਹੀਂ ਸੀ ਕੁਛ, ਸਾਰਾ ਕੁਝ ਕੱਚਾ ਸੀ। ਪਾਣੀ ਦੀ ਬੜੀ ਕਿੱਲਤ ਸੀ, ਪਾਣੀ ਜਾਂ ਨਹਿਰਾਂ ਦੇ ਵਿੱਚ ਸੀ, ਇਹ ਦਰਿਆਵਾਂ ਦੇ ਵਿੱਚ ਸੀ, ਨਹਿਰਾਂ ਵਿੱਚ ਚਲੋ ਘੱਟ, ਖੂਹਾਂ ਦੇ ਵਿੱਚ ਪਾਣੀ ਸੀ। ਹੁਣ ਜਿੱਥੇ ਸੰਗਤ ਜ਼ਿਆਦੀ ਹੈ ਉੱਥੇ ਸੁਭਾਵਕ ਹੈ ਪਾਣੀ ਦੀ ਲੋੜ ਵੀ ਪਵੇਗੀ। ਹਰ ਚੀਜ਼ ਪਾਣੀ ਨਾਲ ਤਿਆਰ ਹੋਣੀ, ਲੰਗਰ ਪ੍ਰਸ਼ਾਦਾ ਪਾਣੀ ਨਾਲ, ਹੱਥ ਮੂੰਹ ਧੋਣਾ ਉਹ ਵੀ ਪਾਣੀ ਦੇ ਨਾਲ, ਘੱਟੇ ਦੇ ਨਾਲ ਲਿਬੜਨੇ। ਇਹਨਾਂ ਸੰਗਤਾਂ ਦੇ ਵਿੱਚ ਇੱਕ ਗੁਰੂ ਦਾ ਸਿੱਖ ਆਇਆ ਬੜਾ ਪਿਆਰਾ, ਇਹਦਾ ਨਾਮ ਸੀ ਭਾਈ ਰਾਮਦੇਵ। ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਪ੍ਰੀਤ ਜੁੜ ਗਈ, ਬੜੀ ਲਿਵ ਲੱਗੀ, ਤੇ ਮਨ 'ਚ ਸੋਚਿਆ ਮਨਾ ਤੂੰ ਸੇਵਾ ਕਰ। ਗੁਰੂ ਸਾਹਿਬ ਇੱਥੇ ਰੁਕੇ ਨੇ, ਤੇਰੇ ਕੋਲ ਅੰਮ੍ਰਿਤਸਰ ਤੇ ਜਾਇਆ ਨਹੀਂ ਜਾਣਾ, ਇੱਥੇ ਰੁਕ ਕੇ ਜਿੰਨੇ ਕੁ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਰੁਕਦੇ ਨਾ, ਇੰਨੇ ਕੁ ਦਿਨ ਇੱਥੇ ਰੁਕ ਕੇ ਸੇਵਾ ਕਰ ਲਾ, ਤੂੰ ਲਾਹਾ ਖੱਟ ਲਾ। ਮਨ 'ਚ ਸੋਚਿਆ ਮਨਾ ਹੁਣ ਸੇਵਾ ਕਰਾਂ ਤੇ ਕਰਾਂ ਕਿਹੜੀ? ਕੋਈ ਸੇਵਾ ਤੇ ਮੇਰੇ ਸਾਹਮਣੇ ਆਵੇ ਨਾ,
ਜਿਹੜੀ ਸੇਵਾ ਦੇ ਵਿੱਚ ਚਲੋ ਕੋਈ ਬਹੁਤੀ ਗੱਲਬਾਤ ਨਾ ਕਿਸੇ ਨਾਲ ਕਰਾਂ, ਮੈਂ ਆਪਣੇ ਆਪ 'ਚ ਲੱਗਾ ਰਹਾਂ। ਇਹਨਾਂ ਨੇ ਵੇਖਿਆ ਚਾਰੇ ਪਾਸੇ ਕਿ ਪਾਣੀ ਦੀ ਬੜੀ ਲੋੜ ਹੈ। ਇਹਨਾਂ ਲੰਗਰ ਹਾਲ ਦੇ ਵਿੱਚੋਂ, ਲੰਗਰ ਘਰ ਦੇ ਵਿੱਚੋਂ ਗਾਗਰ ਚੁੱਕੀ ਤੇ ਖੂਹ ਤੋਂ ਪਾਣੀ ਲੈ ਕੇ ਆਉਣਾ ਜੀ। ਇਹਨਾਂ ਨੇ ਜਿੱਥੇ ਪਾਣੀ ਦੀ ਲੋੜ ਹੈ, ਸੰਗਤਾਂ ਦੇ ਛਕਣ ਵਾਸਤੇ ਜਲ ਦੀ ਲੋੜ, ਉੱਥੇ ਪਾਣੀ ਲਿਆ ਕੇ ਦੇਣਾ। ਅੰਨ ਪ੍ਰਸ਼ਾਦਾ ਤਿਆਰ ਹੁੰਦਾ ਹੈ, ਪਾਣੀ ਦੀ ਲੋੜ ਉੱਥੇ ਲਿਆ ਕੇ ਦੇਣਾ। ਉਸ ਤੋਂ ਬਾਅਦ ਸੰਗਤਾਂ ਆਉਂਦੀਆਂ ਨੇ ਤੇ ਹੱਥ ਮੂੰਹ ਧੋਣੇ ਹੁੰਦੇ, ਘੱਟਾ ਮਿੱਟੀ ਲੱਗਦਾ ਹੈ, ਉੱਥੇ ਪਾਣੀ ਭਰ ਦੇਣਾ। ਜਦੋਂ ਵੇਖਣਾ ਸਾਰੇ ਥਾਵਾਂ ਤੇ ਪਾਣੀ ਪੂਰਾ ਹੋ ਗਿਆ ਜਿੱਥੇ ਜਿੱਥੇ ਲੋੜ ਹੈ, ਫਿਰ ਜਿਹੜੇ ਰਾਹ ਦੇ ਉੱਤੋਂ ਸੰਗਤਾਂ ਚੱਲ ਕੇ ਆਉਂਦੀਆਂ ਸਨ, ਕੱਚਾ ਰਾਹ ਸੀ, ਲਿਆ ਕੇ ਪਾਣੀ ਤੇ ਉੱਥੇ ਛਿੜਕਦੇ ਰਹਿਣਾ। ਸਾਰੀ ਦਿਹਾੜੀ ਜਲ ਦੀ ਸੇਵਾ, ਸਾਰੀ ਦਿਹਾੜੀ ਜਲ ਦੀ ਸੇਵਾ ਕਰਨੀ। ਜਿਉਂ ਸਵੇਰ ਤੋਂ ਗਾਗਰ ਚੁੱਕਣੀ, ਸ਼ਾਮ ਤੱਕ ਲਿਆਉਣੀ, ਗਾਗਰ ਖਾਲੀ ਹੋ ਜਾਣੀ, ਲਿਆਉਣੀ, ਖਾਲੀ ਹੋ ਜਾਣੀ, ਲਿਆਉਣੀ, ਖਾਲੀ ਹੋ ਜਾਣੀ। ਇਹਦਾ ਸਿਸਟਮ ਚੱਲਦਾ ਰਿਹਾ। ਗਾਗਰ ਚੁੱਕ ਚੁੱਕ ਕੇ ਸਿਰ ਤੇ ਚੁੱਕ ਕੇ ਲਿਆਉਂਦੇ ਸਨ ਤੇ ਸਿਰ ਦੇ ਵਿੱਚ ਜ਼ਖਮ ਹੋ ਗਏ। ਜ਼ਖਮ ਹੁੰਦਾ ਗਿਆ, ਸੇਵਾ ਨਹੀਂ ਛੱਡੀ, ਗੁਰੂ ਸਾਹਿਬ ਨੂੰ ਨਹੀਂ ਦੱਸਿਆ, ਕਿਸੇ ਨਾਲ ਗੱਲ ਨਹੀਂ ਕੀਤੀ, ਚੁੱਪ ਕਰਕੇ ਜਿਹੜਾ ਹੈ ਉਹ ਜ਼ਖਮ ਨੂੰ ਮਾੜਾ ਮੋਟਾ ਜਦੋਂ ਕੰਘਾ ਕਰਨਾ ਵੇਖ ਲੈਣਾ, ਸਾਫ਼ ਕਰਕੇ ਤੇ ਉਹ ਫਿਰ ਉਸੇ ਤਰੀਕੇ ਦੇ ਨਾਲ ਸੇਵਾ ਕਰਨੀ। ਕਵੀ ਸੰਤੋਖ ਸਿੰਘ ਨੇ ਇੱਥੋਂ ਤੱਕ ਲਿਖਿਆ ਕਿ ਉਹਦੇ ਵਿੱਚ ਜਿਹੜੇ ਚਨ ਇਹ ਕਿਰਮ ਵੀ ਪੈ ਚੁੱਕੇ ਸਨ ਜ਼ਖਮ ਦੇ ਵਿੱਚ, ਇੰਨਾ ਜ਼ਬਰਦਸਤ ਜ਼ਖਮ ਹੋ ਗਿਆ। ਪਰ ਗੁਰੂ ਘਰ ਦੀ ਸੇਵਾ ਦੇ ਨਾਲ ਪਤਾ ਨਹੀਂ ਕਿੰਨੀ ਕੁ ਪ੍ਰੀਤੀ ਜੁੜ ਗਈ ਸਿੱਖ ਦੀ। ਇਹਨੂੰ ਸੇਵਾ ਹੀ ਦੀਦੀ ਸੀ ਔਰ ਦਿਸਦਾ ਹੀ ਕੱਖ ਨਹੀਂ। ਹਰ ਪਾਸੇ ਸਾਰੀ ਦਿਹਾੜੀ ਸੇਵਾ, ਜਾਲੀ ਜਲ ਕਰ ਦੇਣਾ। ਆਖਰ ਇੱਕ ਦਿਨ ਇਕਾਂਤ ਦੇ ਵਿੱਚ ਬੈਠੇ, ਹੁਣ ਜ਼ਖਮ ਦੇ ਤੇ ਰਿਸਣਾ ਸੀ ਨਾ। ਇੱਕ ਦਿਨ ਵੇਖਿਆ ਕਿ ਜ਼ਖਮ ਜਿਹੜਾ ਹੈ ਉਹ ਆਪਣੇ ਸਿਰ ਦੀ ਦਸਤਾਰ ਲਾ ਕੇ ਤੇ ਕੰਘਾ ਕਰ ਰਹੇ ਨੇ। ਕੰਘਾ ਕਰਦੇ ਜਦੋਂ ਜ਼ਖਮ ਆਇਆ ਤੇ ਵਾਲ ਜੁੜ ਚੁੱਕੇ, ਕਿਉਂ ਖੂਨ ਨਿਕਲ ਰਿਹਾ, ਰੇਸ਼ਾ ਪੈ ਗਿਆ। ਉਹ ਖੂਨ ਨਿਕਲਿਆ, ਰੇਸ਼ਾ ਪਿਆ, ਉਹਦੇ ਨਾਲ ਕੇਸ ਜਿਹੜੇ ਆਪਸ 'ਚ ਜੁੜ ਗਏ। ਇਕਾਂਤ ਦੇ ਵਿੱਚ ਬਹਿ ਕੇ ਹੌਲੀ ਹੌਲੀ ਆਪਣੇ ਸਿਰ ਦੇ ਕੇਸ ਅਲੱਗ-ਅਲੱਗ ਕਰ ਰਹੇ ਨੇ, ਕੱਲਾ ਕਰ ਰਹੇ ਨੇ। ਇਹਨਾਂ ਚਿਰ ਨੂੰ ਮਾਤਾ ਨਾਨਕੀ ਜੀ ਆਏ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ, ਮਾਤਾ ਨਾਨਕੀ ਜੀ ਆਏ। ਮਾਤਾ ਨਾਨਕੀ ਜੀ ਨੇ ਵੇਖਿਆ ਵੀ ਇਹ ਤੇ ਭਾਈ ਰਾਮਦੇਵ ਹੈ, ਸਿਰ ਦੇ ਵਿੱਚ ਇਹ ਤੇ ਜ਼ਖਮ ਹੋਏ ਪਏ ਨੇ। ਜਦੋਂ ਪਤਾ ਲੱਗਾ ਭਾਈ ਸਾਹਿਬ ਨੂੰ ਕਿ ਮਾਤਾ ਜੀ ਆ ਗਏ, ਦਵਾ ਦਵ ਸਿਰ ਤੇ ਕੇਸ ਕੀ ਲੈ ਲਈ ਕਿ ਪਤਾ ਨਾ ਲੱਗੇ। ਮਾਤਾ ਜੀ ਉਸੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੋਲ ਗਏ। ਜਾ ਕੇ ਕਹਿਣ ਲੱਗੇ, ਬੇਟਾ ਤੁਹਾਡੇ ਕੋਲੋਂ ਦੂਰੋਂ ਦੁਰਾਦਿਆਂ ਤੋਂ ਸੰਗਤਾਂ ਆ ਰਹੀਆਂ ਨੇ, ਸੰਗਤਾਂ ਦੇ ਪ੍ਰਬੰਧ ਵਾਸਤੇ ਸਿੱਖ ਸੇਵਾ ਨੂੰ ਲੱਗੇ ਹੋਏ ਨੇ। ਬੇਟਾ ਇਹਨਾਂ ਸਿੱਖਾਂ ਦੇ ਵਿੱਚ ਇੱਕ ਬੜਾ ਪਿਆਰਾ ਸਿੱਖ ਹੈ ਰਾਮਦੇਵ, ਉਹ ਸੇਵਾ ਦੇ ਵਿੱਚ ਲੱਗਾ ਹੋਇਆ, ਸਵੇਰ ਤੋਂ ਲੈ ਕੇ ਰਾਤ ਤੱਕ ਜਲ ਢੋਂਦਾ ਰਹਿੰਦਾ ਹੈ। ਜਲ ਢੋ ਕੇ ਸਿਰ ਤੇ ਗਾਗਰ ਦੇ ਨਾਲ ਉਹਦੇ ਸਿਰ 'ਚ ਜ਼ਖਮ ਹੋ ਗਏ ਨੇ, ਤੁਸੀਂ ਧਿਆਨ ਤੇ ਦਿਆ ਕਰੋ। ਇੰਨਾ ਕੁ ਵੀ ਮਾਂ ਸੀ ਨਾ, ਮਾਂ ਤਾਂ ਗੁਰੂ ਨੂੰ ਕਹਿ ਸਕਦੀ ਹੈ। ਮਾਤਾ ਨਾਨਕੇ ਬੇਟਾ ਉੱਧਰ ਧਿਆਨ ਦਿਓ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਸੇ ਵੇਲੇ ਬੁਲਾਇਆ। ਜਿਸ ਵੇਲੇ ਬੁਲਾਇਆ ਕਹਿਣ ਲੱਗੇ, ਇਹ ਭਲਿਆ ਸਿਰ ਦੇ ਉੱਤੇ ਕੀ ਹੋਇਆ? ਕਹਿਣ ਲੱਗਾ, ਮਹਾਰਾਜ ਜੀ ਕੁਛ ਨਹੀਂ ਹੋਇਆ। ਮਨ 'ਚ ਸੀ ਕਿ ਜੇ ਮੈਂ ਦੱਸ ਦਿੱਤਾ, ਸਤਿਗੁਰੂ ਕਹਿਣਗੇ ਤੂੰ 2-4 ਦਿਨ ਰੈਸਟ ਮਾਰ ਲਾ, ਆਰਾਮ ਕਰ ਲਾ, ਸੇਵਾ ਕਿਸੇ ਹੋਰ ਨੂੰ ਦੇ ਦੇ। ਕਹਿਣ ਲੱਗਾ, ਨਹੀਂ ਮਹਾਰਾਜ ਜੀ ਕੁਛ ਨਹੀਂ ਹੋਇਆ। ਸਤਿਗੁਰੂ ਕਹਿਣ ਲੱਗੇ, ਕੋਲ ਆ। ਸਤਿਗੁਰੂ ਕਹਿੰਦੇ ਉੱਥੇ ਕੇਸ ਕੀ ਲਵਾ ਕੇ ਵੇਖੀ, ਸਿਰ ਦੇ ਵਿੱਚ ਜ਼ਖਮ ਹੋਏ ਸਨ, ਸਿਰ ਦੇ ਵਿੱਚ ਕਿਰਮ ਪਏ ਹੋਏ ਸਨ। ਸਤਿਗੁਰੂ ਕਹਿਣ ਲੱਗੇ, ਸਿੱਖਾ ਇਹ ਕੀ? ਕਹਿਣ ਲੱਗਾ, ਮਹਾਰਾਜ ਜੀ ਕੋਈ ਗੱਲ ਨਹੀਂ, ਮੈਨੂੰ ਸੇਵਾ ਦੇ ਨਾਲ ਹੀ ਇੰਨਾ ਕੁ ਪ੍ਰੇਮ ਪਤਾ ਹੀ ਨਹੀਂ ਲੱਗਾ ਜੀ ਕਿਹੜੇ ਵੇਲੇ ਹੋ ਗਿਆ। ਸਤਿਗੁਰੂ ਕਹਿੰਦੇ ਤੂੰ ਅੱਜ ਤੋਂ ਬਾਅਦ ਸੇਵਾ ਜਿਹੜੀ ਹੈ ਉਹ ਜਲਦੀ ਨਹੀਂ ਕਰਨੀ। ਕਹਿਣ ਲੱਗਾ, ਮਹਾਰਾਜ ਜੀ ਮੈਂ ਸੱਚੀ ਗੱਲ ਦੱਸਾਂ, ਇਸੇ ਕਰਕੇ ਮੈਂ ਕਿਸੇ ਨੂੰ ਨਹੀਂ ਸੀ ਦੱਸਿਆ। ਇਹੋ ਕਾਰਨ ਸੀ ਮੈਂ ਕਿਸੇ ਨੂੰ ਨਹੀਂ ਦੱਸਿਆ। ਸਿਰ ਦੇ ਵਿੱਚ ਜ਼ਖਮ ਨੇ, ਨਹੀਂ ਮੈਨੂੰ ਪਤਾ ਸੀ ਮੈਂ ਜੇ ਦੱਸ ਦਿੰਦਾ ਤੁਸੀਂ ਸੇਵਾ ਤੋਂ ਰੋਕ ਦੇਣਾ ਹੈ ਮੈਨੂੰ। ਤੇ ਮਹਾਰਾਜ ਹੁਣ ਵੀ ਹੋ ਗਿਆ, ਕਿਉਂ ਸੇਵਾ ਤੋਂ ਰੋਕਦੇ? ਸੇਵਾ ਤੋਂ ਨਾ ਰੋਕੋ। ਸਤਿਗੁਰੂ ਕਹਿੰਦੇ ਨਹੀਂ ਸਿੱਖਾ ਤੂੰ ਸੇਵਾ ਕੀਤੀ ਹੈ, ਜਲ ਦੀ ਇੰਨੀ ਕੁ ਸੇਵਾ ਕੀਤੀ ਤੂੰ ਤੇ ਸਾਰੀ ਦਿਹਾੜੀ ਜਲ ਦਾ ਮੀਂਹ ਪਵਾ ਛੜਿਆ। ਅੱਜ ਤੋਂ ਬਾਅਦ ਤੂੰ ਸਾਡਾ ਭਾਈ ਮੀਂਹਾ ਹੋਵੇਗਾ। ਯਾਦ ਰੱਖਿਓ, ਭਾਈ ਰਾਮਦੇਵ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਖਿਤਾਬ ਦਿੱਤਾ ਸੀ ਮੀਂਹੇ ਦਾ। ਮੀਂਹੇ ਦਾ ਭਾਵ ਸੀ ਜਿਵੇਂ ਮੀਂਹ ਪੈਂਦਾ ਹਰ ਪਾਸੇ ਪਾਣੀ ਪਾਣੀ ਕਰ ਦੇਣਾ ਹੈ। ਸਤਿਗੁਰੂ ਕਹਿਣ ਲੱਗੇ, ਭਾਈ ਰਾਮਦੇਵ ਤੂੰ ਸੇਵਾ ਦੇ ਨਾਲ ਸਾਰੇ ਪਾਸੇ ਜਲ ਹੀ ਜਲ ਕਰ ਦੇਣਾ। ਅੱਜ ਤੋਂ ਬਾਅਦ ਕੌਮ ਤੈਨੂੰ ਭਾਈ ਮੀਂਹੇ ਦੇ ਨਾਮ ਨਾਲ ਯਾਦ ਕਰੇਗੀ। ਆਖਰ ਅੱਜ ਤੋਂ ਬਾਅਦ ਤੂੰ ਜਲ ਦੀ ਸੇਵਾ ਨਹੀਂ ਕਰਨੀ। ਮਹਾਰਾਜ ਸੇਵਾ ਨਾ ਖੋ। ਸਤਿਗੁਰੂ ਕਹਿੰਦੇ ਤੇਰੀ ਡਿਊਟੀ ਲਾਵਾਂਗੇ। ਮਹਾਰਾਜ ਨੇ ਇੱਕ ਨਿਸ਼ਾਨ ਸਾਹਿਬ ਬਖਸ਼ਿਆ, ਇੱਕ ਨਗਾਰਾ ਬਖਸ਼ਿਆ, ਇੱਕ ਬੈਲ ਗੱਡੀ, ਉਸ ਸਮੇਂ ਬੈਲ ਗੱਡੀ ਬਖਸ਼ੀ। ਕਹਿਣ ਲੱਗੇ ਅੱਜ ਤੋਂ ਬਾਅਦ ਜਾ ਸਿੱਖੀ ਦਾ ਪ੍ਰਚਾਰ ਕਰੀ, ਜਿੱਥੇ ਸਿੱਖੀ ਦਾ ਪ੍ਰਚਾਰ ਕਰੇਗਾ ਨਿਸ਼ਾਨ ਕੇਸਰੀ ਝੂਲੇਗਾ ਤੇ ਨਾਲੇ ਨਗਾਰਾ ਵਜਾਵੀਂ, ਗੁਰੂ ਨਾਨਕ ਰਹਿਮਤ ਕਰੇਗਾ। ਮਹਾਰਾਜ ਨੇ ਪ੍ਰਚਾਰਕ ਥਾਪ ਪਿਆ ਜੀ, ਇਹਨੂੰ ਭਾਈ ਮੀਂਹਾ ਜੀ ਨੂੰ ਪ੍ਰਚਾਰਕ ਥਾਪ ਕੇ ਤੋਰ ਦਿੱਤਾ। ਇਹਨਾਂ ਨੇ ਜਿਵੇਂ ਪਾਣੀ ਦੇ ਨਾਲ ਮੀਂਹ ਪਵਾ ਛੜਿਆ ਸੀ ਨਾ, ਹਰ ਪਾਸੇ ਜਲ ਥਲ ਕਰਾਈ ਹੋਈ ਸੀ, ਇਸੇ ਤਰੀਕੇ ਦੇ ਨਾਲ ਸਿੱਖੀ ਦੇ ਪ੍ਰਚਾਰ ਦੇ ਨਾਲ ਵੀ ਜਿੱਥੇ ਵੀ ਜਾਣਾ ਉੱਥੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ। ਕਿਉਂਕਿ ਸਾਡੇ ਵਾਂਗੂ ਕਾਲਜਾਂ 'ਚੋਂ ਨਹੀਂ ਸੀ ਪੜ੍ਹੇ, ਗੁਰੂ ਨਾਨਕ ਦੇ ਸਿੱਖੀ ਦੇ ਵਿੱਚੋਂ ਜੀਵਨ ਨਿਕਲਿਆ ਹੋਇਆ ਸੀ ਪ੍ਰਚਾਰਕ ਦਾ। ਇੱਕ ਗੱਲ ਯਾਦ ਰੱਖਿਓ, ਇੱਕ ਪ੍ਰਚਾਰਕ ਸਾਡੇ ਬਹੁਤੇ ਉਹ ਨੇ ਜਿਹੜੇ ਅੱਜ ਅਸੀਂ ਕਾਲਜਾਂ ਦੇ ਵਿੱਚੋਂ ਜਾਂ ਵਿਦਿਆਲਿਆਂ ਦੇ ਵਿੱਚੋਂ ਕਿਤਾਬਾਂ 'ਚੋਂ ਪੈਦਾ ਹੋਏ ਹਾਂ।
ਕਿਤੇ ਇੱਕ ਵੀ ਜੀਵਨ ਵਾਲਾ ਪੈਦਾ ਹੋ ਜਾਏ ਉਹ ਸਾਰਿਆਂ ਨੂੰ ਫੜ ਕੇ ਪਲਟ ਕੇ ਰੱਖ ਦੇਵੇਗਾ। ਸੋ ਰੋ ਵਿਚਾਰ ਆਖਰ ਇਹਨਾਂ ਨੇ ਜਿੱਥੇ ਵੀ ਜਾਣਾ ਸਿੱਖੀ ਦਾ ਥੰਮ ਖੜੇ ਕਰੀ ਜਾਣੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸ਼ਹੀਦ ਹੋ ਗਏ। ਜਦੋਂ ਸ਼ਹੀਦ ਹੋਏ ਤਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਜਿਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੈ। ਮੈਂ ਇਸ ਵਿਸ਼ੇ ਤੇ ਬੋਲ ਰਿਹਾ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ, ਮਨ ਕੀ ਮਾਣ ਮਿਲਦਾ ਹੈ, ਯਾਦ ਰੱਖਿਓ। ਹੁਣ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਭਾਈ ਮੀਹਾਂ ਜੀ ਮਿਲਣ ਵਾਸਤੇ ਆਏ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਇਹ ਇੰਨੇ ਕੁ ਪ੍ਰੇਮ 'ਚ ਰਹਿੰਦੇ ਸਨ, ਜਿੱਥੇ ਜਾਣਾ ਨਗਾਰੇ ਵੱਜਦੇ ਜਾਣੇ, ਪਤਾ ਲੱਗ ਜਾਣਾ ਭਾਈ ਮੀਹਾਂ ਆ ਗਿਆ। ਜਦੋਂ ਭਾਈ ਮੀਹਾਂ ਜੀ ਆ ਰਹੇ ਨੇ ਬੈਲ ਗੱਡੀ ਦੇ ਚੜ੍ਹੇ ਹੋਏ ਤੇ ਆਨੰਦਪੁਰ ਸਾਹਿਬ ਦੀਆਂ ਪਹਾੜੀਆਂ ਚੜ੍ਹਨ ਤੋਂ ਪਹਿਲਾਂ ਨਗਾਰੇ ਤੇ ਨਗਾਰਾ ਵਜਾਈ ਜਾ ਰਹੇ ਨੇ। ਦੀਵਾਨ ਲੱਗਾ ਹੋਇਆ। ਸਤਿਗੁਰ ਕਹਿੰਦੇ ਕਿ ਨਗਾਰਾ ਕੌਣ ਵਜਾਉਂਦਾ ਆ ਰਿਹਾ ਹੈ, ਕਿ ਇਹੋ ਜਿਹੀ ਕਿਹੜੀ ਜੰਗ ਲੱਗ ਗਈ, ਕਿਹੜੀਆਂ ਭਾਜੜਾਂ ਪੈ ਗਈਆਂ ਨੇ। ਸਿੱਖਾਂ ਨੇ ਕਿਹਾ, ਦਾਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਲੈ ਕੇ ਭਾਈ ਮੀਹਾਂ ਜੀ ਆ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਨਵਾਜਿਆ ਸੀ। ਕਹਿ ਲਗੇ ਇਹਨਾਂ ਨੂੰ ਪਤਾ ਨਹੀਂ, ਜੇ ਬਖਸ਼ਿਸ਼ ਗੁਰੂ ਘਰ ਤੋਂ ਮਿਲੀ ਹੈ ਤੇ ਇਹਨੂੰ ਇਹਨਾਂ ਨਹੀਂ ਪਤਾ ਦਰਬਾਰ 'ਚ ਕੋਈ ਰੌਲਾ ਪਾ ਕੇ ਆਈਦਾ ਹੈ। ਸਤਿਗੁਰ ਕਹਿੰਦੇ ਸਾਰਾ ਕੁਝ ਖੋਲੇ ਉਹਦਾ। ਸਿੱਖਾਂ ਨੇ ਹੁਕਮ ਮੰਨਣਾ ਹੁੰਦਾ ਸੀ, ਸਾਡੇ ਵਰਗੇ ਤੇ ਅੱਗੇ ਬੜੇ ਤਿਆਰ। ਉਹਨਾਂ ਕੀ ਕੀਤਾ ਜੀ, ਨਗਾਰਾ ਵੀ ਖੋਲਿਆ, ਨਿਸ਼ਾਨ ਸਾਹਿਬ ਵੀ ਖੋਲੇ, ਬੈਲ ਗੱਡੀ ਵੀ ਖੋਲੀ। ਖੋ ਖਾ ਕੇ ਤੇ ਭਾਈ ਮੀਹਾਂ ਜੀ ਜਿਹੜੇ ਨੇ ਉਹ ਪੈਦਲ ਜਿਹੜੇ ਬੈਲ ਗੱਡੀ ਤੇ ਆ ਰਹੇ ਸਨ ਨਗਾਰਾ ਵਜਾਉਂਦੇ ਆ, ਉਹ ਹੱਥ ਜੋੜ ਕੇ ਨਿਮਾਣੇ ਬਣ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਆ ਗਏ। ਸਤਿਗੁਰਾਂ ਦੇ ਚਰਨਾਂ 'ਚ ਆਏ, ਆਣ ਕੇ ਨਮਸਕਾਰ ਕੀਤੀ, ਨਮਸਕਾਰ ਕਰਕੇ ਬੈਠ ਗਏ। ਉੱਥੇ 1-2 ਦਿਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਿੰਨਾ ਸਮਾਂ ਰਹਿਣਾ ਸੀ ਰਹੇ। ਜਾਣ ਲੱਗਿਆ ਨਮਸਕਾਰ ਕੀਤੀ ਤੇ ਚਾਲੇ ਪਾ ਦਿੱਤੇ। ਸਤਿਗੁਰਾਂ ਦੇ ਕੋਲੋਂ ਅੱਗਿਆ ਮੰਗੀ, ਕੁਛ ਨਹੀਂ ਕਿਹਾ, ਮਾਸਾ ਨਹੀਂ ਗਿਲਾ ਸ਼ਿਕਵਾ ਕੀਤਾ, ਮੇਰੇ ਕੋਲ ਨਗਾਰਾ ਸੀ, ਮੈਨੂੰ ਆਹ ਕੋ ਦਿੱਤਾ ਸੀ ਤੇ ਤੁਸੀਂ ਖੋਲਿਆ। ਜਾਣ ਲੱਗਿਆ ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਭਰੇ ਦੀਵਾਨ 'ਚ ਸਵਾਲ ਕੀਤਾ। ਕਹਿ ਲਗੇ, ਭਾਈ ਮੀਹਾਂ ਜੀ ਜਦੋਂ ਆਨੰਦਪੁਰ ਸਾਹਿਬ ਨੂੰ ਆ ਰਹੇ ਸੋ ਤੁਹਾਡੇ ਕੋਲ ਨਗਾਰਾ ਸੀ, ਬੈਲ ਗੱਡੀ ਸੀ, ਨਿਸ਼ਾਨ ਸੀ, ਬੜੇ ਨਗਾਰੇ ਵਜਾਉਂਦੇ ਆ ਰਹੇ ਸੋ, ਅਸੀਂ ਸਾਰਾ ਕੁਝ ਖੋਲਿਆ, ਤੁਹਾਡੇ ਮਨ 'ਚ ਗਿਲਾ ਸ਼ਿਕਵਾ ਨਹੀਂ ਆਇਆ? ਕਹਿਣ ਲੱਗਾ, ਮਹਾਰਾਜ ਕਿਹੜਾ ਗਿਲਾ ਸ਼ਿਕਵਾ, ਮੇਰਾ ਥੋੜ੍ਹੀ ਸੀ। 9ਵੇਂ ਜਾਮੇ 'ਚ ਤੁਸੀਂ ਦਿੱਤਾ, 10ਵੇਂ ਜਾਮੇ 'ਤੇ ਤੁਸੀਂ ਖੋਲਿਆ, ਨਾ ਮੈਂ ਘਰੋਂ ਲੈ ਕੇ ਆਇਆ ਸਾਂ, ਨਾ ਘਰ ਲੈ ਕੇ ਜਾਣਾ, ਤੁਸੀਂ ਦਿੱਤਾ ਸੀ, ਤੁਸੀਂ ਖੋਲਿਆ। ਇਹ 'ਚ ਤਾਂ ਮੇਰੀ ਆਪਣੀ ਤੇ ਕੋਈ ਪਾਇਆ ਨਹੀਂ, ਮੇਰੀ ਕੋਈ ਹੋਂਦ ਨਹੀਂ ਸੀ। ਆਖਰ ਗੁਰੂ ਕਲਗੀਧਰ ਪਾਤਸ਼ਾਹ ਤੋਂ ਉੱਠੇ, ਕਹਿ ਲਗੇ ਤੇਰੇ ਅੰਦਰ ਹਉਮੈ ਮਰ ਚੁੱਕੀ ਸੀ, ਤਾਈਓ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਬਖਸ਼ਿਸ਼ਾਂ ਲੈ ਗਿਆ। ਸਿੱਖਾਂ ਨੂੰ ਕਹਿਣ ਲੱਗੇ ਨਾਲ ਹੀ ਵਾਪਸ ਕਰ ਦਿਓ। ਚੌਥੀ ਚੀਜ਼ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਣੀ ਦੀ ਪੋਥੀ ਦਿੱਤੀ। ਕਹਿਣ ਲੱਗੇ ਅੱਜ ਤੋਂ ਬਾਅਦ ਸਿੱਖੀ ਦਾ ਪ੍ਰਚਾਰਕ ਹੋਵੇਗਾ, ਜਿੱਥੇ ਜਾਵੇਗਾ ਉੱਥੇ ਬਾਣੀ ਦੇ ਨਾਲ ਵੀ ਸੰਗਤਾਂ ਨੂੰ ਜੋੜਦਾ ਜਾਵੇਂ। ਯਾਦ ਰੱਖਿਓ, ਆਹ ਮਾਣ ਮਿਲਦਾ ਜਿਹੜਾ ਹਉਮੈ ਨੂੰ ਗਵਾ ਕੇ ਸੇਵਾ ਕਰਦਾ ਹੈ। ਉੱਥੇ ਭਾਈ ਸੀ ਮੀਹਾਂ ਜੀ ਨੇ ਕੁਛ ਨਹੀਂ ਮਨ ਦੇ ਵਿੱਚ ਰੱਖਿਆ। ਜੇ ਸਾਡੇ ਵਰਗਾ ਹੁੰਦਾ ਤੇ ਅਸੀਂ ਆਣ ਕੇ ਕਹਿ ਦਿੰਦੇ ਕਿ ਮਹਾਰਾਜ ਜੇ 9ਵੇਂ ਪਾਤਸ਼ਾਹ ਨੇ ਦਿੱਤਾ, ਤੁਸੀਂ ਖੋਲਿਆ ਜੀ, ਤੁਸੀਂ ਕੌਣ ਹੁੰਦੇ ਖੋਣ ਵਾਲੇ? ਅਸੀਂ ਸਵਾਲ ਕਰਦੇ ਹਾਂ। ਪਰ ਸਿੱਖਾਂ ਨਹੀਂ, ਗੁਰੂ ਜੋ ਕਰਦਾ ਹੈ ਉਹ ਖੁਸ਼ੀ ਦੇ ਵਿੱਚ, ਉਹ ਮੌਜ ਦੇ ਵਿੱਚ ਕਰਦਾ। ਕੋਈ ਗੁਰੂ ਕਦੀ ਦਵੈਤ ਤੇ ਨਹੀਂ ਕੁਛ ਵੀ ਕਰਦਾ, ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਕਈ ਵਾਰੀ ਮਾਂ ਬਾਪ ਸਾਨੂੰ ਖਿਜਾਉਂਦਾ ਹੈ ਨਾ, ਉਹ ਗੁਰੂ ਵੀ ਇੱਦਾਂ ਦੇ ਕਰਦਾ ਹੈ, ਬੜੇ ਪਿਆਰ ਕਰਦਾ ਜੀ ਗੁਰੂ। ਅਸੀਂ ਤਾਂ ਗੁਰੂ ਨੂੰ ਪੱਥਰ ਬਣਾ ਕੇ ਇੰਨਾ ਕੁ ਪੇਸ਼ ਕਰ ਦਿੱਤਾ, ਸਿਰਫ ਮੱਥਾ ਟੇਕਣ ਤੱਕ ਸੀਮਤ ਹੋ ਗਏ। ਜਿਵੇਂ ਬੱਚਾ ਪਤਾ ਨਹੀਂ ਕਿਸੇ ਭੁੱਖੇ ਸ਼ੇਰ ਦੇ ਅੱਗੇ ਜਾਣ ਲੱਗਿਆ, ਨਹੀਂ ਬੱਕਰੀ ਡਰਦੀ, ਇੱਦਾਂ ਸਾਨੂੰ ਗੁਰੂ ਤੋਂ ਡਰਾ ਦਿੱਤਾ ਕਿ ਪਤਾ ਨਹੀਂ ਕਿਹੜੀ ਅੱਗੋਂ ਬਲਾ ਆ ਜਾਣੀ ਹੈ। ਨਹੀਂ, ਗੁਰੂ ਤੇ ਪਿਆਰਾ ਹੀ ਬੜਾ ਹੈ। ਅੰਮ੍ਰਿਤ ਬਾਣੀ 'ਚ ਬੜੇ ਪਿਆਰੇ ਬਚਨ ਨੇ ਕਿ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ। ਲਾਡ ਤੇ ਪਿਆਰ 'ਚ ਫਰਕ ਹੁੰਦਾ ਹੈ। ਲਾਡ ਹੁੰਦਾ ਹੀ ਮਾਂ ਬੱਚਿਆਂ ਦੇ ਨਾਲ ਹੈ, ਵੱਡਿਆਂ ਦੇ ਨਾਲ ਕਦੀ ਲਾਡ ਨਹੀਂ ਹੁੰਦਾ। ਛੋਟਾ ਬੱਚੇ ਨੂੰ ਦਾਦੇ ਨੇ ਚੁੱਕਿਆ ਹੈ, ਉਹ ਕਦੀ ਸਿਰ ਤੇ ਭੁੜਕਦਾ, ਕਦੀ ਪੱਗ ਤੇ ਭੁੜਕਦਾ, ਕਦੀ ਮੋਢੇ ਤੇ, ਕਦੀ ਕਿਤੇ ਭੁੜਕਦਾ, ਉਹ ਲਾਡ ਪਿਆ ਕਰਦਾ ਹੈ। ਗੁਰੂ ਦੇ ਨਾਲ ਲਾਡ ਕਰਿਆ ਕਰੋ, ਪਿਆਰ ਕਰਿਆ ਕਰੋ। ਯਾਦ ਰੱਖਿਓ, ਡਰਨ ਦੀ ਲੋੜ ਨਹੀਂ। ਡਰਨਾ ਹੈ ਤੇ ਬੁਰਾਈਆਂ ਤੋਂ ਡਰੋ, ਡਰਨਾ ਹੈ ਤੇ ਮਾੜੇ ਕਰਮਾਂ ਤੋਂ ਡਰੋ, ਡਰਨਾ ਹੈ ਤੇ ਆਪਣੀ ਹਉਮੈ ਤੋਂ ਡਰੋ, ਕਿਤੇ ਇਹ ਤੁਹਾਡੇ ਪਿਆਰ 'ਚ ਆ ਕੇ ਪਿਆਰ ਨਾ ਖਤਮ ਕਰ ਦੇਵੇ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਇੱਥੇ ਸਮਝਾ ਰਹੇ ਨੇ। ਕਹਿ ਲਗੇ ਆਪ ਗਵਾਏ ਸੇਵਾ ਕਰੇ, ਕਹਿੰਦੇ ਭਲਿਆ ਆਪਣੇ ਆਪ ਨੂੰ ਖਤਮ ਕਰਕੇ ਤੂੰ ਸੇਵਾ ਕਰੀ, ਕੀ ਮਿਲੇਗਾ? ਤਾਂ ਕਿਛ ਪਾਏ, ਮਾਂ ਤੇਰੀ ਕੀਤੀ ਹੋਈ ਸੇਵਾ ਗੁਰੂ ਘਰ 'ਚ ਸਫਲ ਹੋ ਜਾਏਗੀ। ਮੈਂ ਕੱਲ੍ਹ ਵੀ ਅੰਮ੍ਰਿਤ ਬਾਣੀ ਦਾ ਬਚਨ ਲਿਆ ਸੀ ਕਿ ਸਤਿਗੁਰ ਕੀ ਸੇਵਾ ਸਫਲ ਹੈ। ਗੁਰਮੁਖੋ, ਸੇਵਾ ਵਿਅਰਥ ਨਹੀਂ ਜੇ ਕਦੀ ਜਾਂਦੀ। ਅੰਮ੍ਰਿਤ ਬਾਣੀ ਦਾ ਬਚਨ, ਇੱਕ ਤਿਲ ਨਹੀਂ ਭੰਨੇ ਘਾਲੇ। ਕਾਲ ਦਾ ਅਰਥ ਹੈ ਸਾਡੀ ਮਿਹਨਤ। ਤਿਲ ਕਿਤੇ ਕਿੰਨਾ ਕੁ ਵੱਡਾ ਹੁੰਦਾ ਹੈ। ਆ ਸਿਆਲ 'ਚ ਆਪਾਂ ਖਾਣੇ ਰਿਓੜੀਆਂ ਦੇ ਉੱਤੇ ਲੱਗੇ ਹੁੰਦੇ ਨੇ ਛੋਟੇ ਛੋਟੇ ਤਿਲ, ਉਹ ਤਿਲ ਕਿੰਨਾ ਕੁ ਵੱਡਾ ਹੁੰਦਾ। ਕਿਤੇ ਇੰਨੀ ਕੁ ਵੀ ਤੁਸੀਂ ਕਮਾਈ ਕਰ ਲੋਗੇ ਨਾ, ਕਿਤੇ ਭਾਵਨਾ ਨਾਲ ਗੁਰੂ ਇਹਦਾ ਵੀ ਮੁੱਲ ਮੋੜ ਦੇਵੇਗਾ। ਮੈਂ ਬੜੀ ਵਾਰੀ ਕਹਿੰਦਾ ਨਾ, ਤੁਸੀਂ ਗੁਰੂ ਘਰ 'ਚ ਆਉਂਦੇ ਜੇ, ਜੋੜੇ ਘਰ 'ਚ 2 ਵੀ ਜੋੜੇ ਪਏ ਨੇ ਨਾ, ਕੋਸ਼ਿਸ਼ ਕਰਿਆ ਕਰੋ ਇਹਨੂੰ ਕਰਮਕਾਂਡ ਵੱਲ ਨਾ ਲੈ ਜਾਓ। ਹੁਣ ਜਿਹੜੇ ਭਾਵਨਾ ਵਾਲੇ ਨੇ, ਜਿਹੜੇ ਨਾਮ ਜਪਦੇ ਸਿਮਰਨ ਕਰਦੇ ਨੇ ਭਾਵਨਾ ਦੇ ਨਾਲ, ਇੱਕ ਰੁਮਾਲ ਲੈ ਆਇਆ ਕਰੋ ਜੇਬ ਦੇ ਵਿੱਚ। ਮੋਬਾਈਲ ਸਾਰਿਆਂ ਦੇ ਹੱਥਾਂ 'ਚ ਨੇ, ਇੱਕ ਰੁਮਾਲ ਵੀ ਗੁਰੂ ਘਰ ਲਈ ਲੈ ਆਇਆ ਕਰੋ।
ਉਹਦੇ ਨਾਲ ਜੋੜਿਆਂ ਦੇ ਉੱਤੇ ਮਾੜਾ ਜਿਹਾ ਮਾਰ ਕੇ ਜੋੜੇ ਸਾਫ਼ ਕਰਕੇ ਸਮਿੱਟਰੀ ਚ ਲਾ ਕੇ ਇੰਨੀ ਕੀਤੀ ਹੋਈ ਸੇਵਾ ਤੁਹਾਡੀ ਸਫਲ ਹੋ ਜਾਏਗੀ। ਕਿਤੇ ਝਾੜੂ ਲੱਗਣ ਵਾਲਾ, ਕਿਤੇ ਪੋਚਾ ਲੱਗਣ ਵਾਲਾ ਹੈ, ਕਿਤੇ ਹਵਾ ਵਗਦੀ ਹੈ ਹਨੇਰੀ ਦੇ ਨਾਲ, ਤੀਲੇ ਕੱਖ ਜਿਹੜੇ ਖਿਲਰੇ ਪਏ ਨੇ, ਤੁਸੀਂ ਗੁਰੂ ਘਰ ਦਾ ਚੁਮਚਾ ਵੀ ਚੁੱਕ ਕੇ ਕਿਤੇ ਰੱਖ ਦੋਗੇ ਨਾ, ਯਾਦ ਰੱਖਿਓ ਗੁਰੂ ਉਹਦੀ ਵੀ ਜਿਹੜਾ ਇਹ ਬਦਲੇ ਤੁਹਾਨੂੰ ਫਲ ਜ਼ਰੂਰ ਦੇ ਦੇਗਾ। ਸ਼ਰਤ ਇਹ ਭਾਵਨਾ ਹੋਣੀ ਚਾਹੀਦੀ ਹੈ। ਜੇ ਭਾਵਨਾ ਤੋਂ ਬਿਨਾ ਕਰੋਗੇ, ਇਹ ਚਲੋ ਅਗਲੇ ਗਾਂਹ ਜਾ ਕੇ ਸ਼ਲੋਕ ਆਵੇਗਾ, ਜੋ ਜੀ ਹੋਏ ਸੋ ਉਗਵੈ। ਜੇ ਭਾਵਨਾ ਤੋਂ ਬਿਨਾ ਕਰੋਗੇ ਨਾ ਤੇ ਸਾਰੀ ਦਿਹਾੜੀ ਭਾਵੇਂ ਇੱਥੇ ਮੱਥਾ ਮਾਰਦੇ ਰਹੋ, ਫਿਰ ਮੱਥਾ ਮਾਰਨੀਆਂ, ਮੱਥਾ ਮਾਰਦੇ ਰਹੋ, ਫਿਰ ਪੱਲੇ ਕੁਛ ਨਹੀਂ ਪੈਣਾ। ਅੱਜ ਇਹ ਬਹੁਤ ਵੱਡਾ ਮਸਲਾ ਬਣ ਜਾਂਦਾ। ਕਈ ਵਾਰੀ ਸਵੇਰ ਤੋਂ ਲੈ ਕੇ ਮਨੁੱਖ ਸ਼ਾਮ ਤੱਕ ਸੇਵਾ ਕਰਦਾ ਹੈ। ਮੈਂ ਇਹੋ ਜਿਹੇ ਲੋਕ ਵੇਖੇ ਨੇ, ਮੈਂ ਸੇਵਾ ਨਾਲ ਵੱਸਦੇ ਵੀ ਵੇਖੇ ਨੇ ਤੇ ਮਾफ़ ਕਰਨਾ ਉੱਜੜਦੇ ਵੀ ਵੇਖੇ ਨੇ। ਜਿਹੜਾ ਹੰਕਾਰ ਕਰਦਾ ਹੈ ਨਾ, ਕਈਆਂ ਦੇ ਬਚਨਾਂ ਰਸਨਾਂ ਦੇ ਉੱਤੇ ਬਚਨ ਸਿੱਧੀ ਆ ਜਾਂਦੀ ਹੈ। ਕੁਝ ਗੱਲਾਂ ਆਪਾਂ ਸਟੇਜ 'ਤੇ ਨਹੀਂ ਕਰ ਸਕਦੇ। ਜਦੋਂ ਅਸੀਂ ਸੇਵਾ ਕਰਦੇ ਜੀਵਨ 'ਚ ਬੜਾ ਕੁਛ ਹੁੰਦਾ ਹੈ। ਇਹ ਜਿਹੜਾ ਸਿੱਖ ਗੁਰੂ ਦਾ ਪਿਆਰਾ ਭਾਵਨਾ ਕਰਦਾ, ਉਹ ਜੋ ਬੋਲਦਾ ਸੱਤ ਹੁੰਦਾ ਹੈ। ਪਰ ਜਦੋਂ ਅੰਦਰ ਹੰਕਾਰ ਆ ਜਾਂਦਾ, ਫਿਰ ਇਹੋ ਜਿਹਾ ਪਲਟਾ ਪ੍ਰਮਾਤਮਾ ਮਾਰ ਕੇ ਰੱਖ ਦੇਣਾ। ਆਪਾਂ ਪਿੱਛੇ ਬਚਨ ਸਾਂਝਾ ਕੀਤਾ ਸੀ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾ ਕਰਾਇੰਦਾ, ਦਰ ਮੰਗਣ ਭੇਖ ਨਾ ਪਾਇੰਦਾ। ਫਿਰ ਇਹੋ ਜਿਹਾ ਦਿਮਾਗ ਫੇਰ ਕੇ ਪ੍ਰਮਾਤਮਾ ਰੱਖਦਾ, ਬੰਦਾ ਕੰਧਾਂ ਨਾਲ ਟੱਕਰਾ ਮਾਰਦਾ ਜੀ। ਜਦੋਂ ਵੀ ਗੁਰੂ ਘਰ 'ਚ ਆਉਣਾ ਹੈ, ਇੱਕੋ ਗੱਲ ਯਾਦ ਰੱਖਿਓ, ਭਾਵਨਾ ਦੇ ਨਾਲ ਆਓ। ਇੱਥੇ ਵਿਖਾਵੇ ਦੀ ਲੋੜ ਨਹੀਂ। ਇੱਥੇ ਇਹ ਕਿਹੜੀ ਆਪਾਂ ਹਾਜ਼ਰੀ ਲਵਾਉਣੀ, ਇਹਦੀ ਤਾਂ ਕਿਹੜੀ ਤਨਖਾਹ ਮਿਲਣੀ ਹੈ। ਚਲੋ ਸਾਨੂੰ ਤਾਂ ਮਿਲਣੀ ਹੋਈ, ਅਸੀਂ ਤਾਂ ਕੰਮ ਹੈ। ਸੰਗਤ ਤੁਸੀਂ ਜਦੋਂ ਵੀ ਆਉਣਾ ਨਾ, ਪੂਰੀ ਬਾਹਰੋਂ ਜਿੱਥੇ ਜੋੜੇ ਲਾਉਂਦੇ, ਮੈਂ ਕੱਲ੍ਹ ਵੀ ਕਿਹਾ ਸੀ ਸਮਾਪਤੀ ਕਰਾਂ, ਬਾਹਰ ਜਿੱਥੇ ਜੋੜੇ ਲਾਉਂਦੇ ਜੇ ਨਾ, ਉੱਥੇ ਹੰਕਾਰ ਦੀਆਂ ਪੰਡਾਂ ਵੀ ਲਾ ਆਇਆ ਕਰੋ। ਸਾਰਾ ਕੁਝ ਆਪਣਾ ਬਾਹਰ ਛੱਡ ਕੇ ਜਿੰਨੀ ਭਾਵਨਾ ਦੇ ਨਾਲ ਆਓਗੇ ਨਾ, ਭਾਵਨਾ ਇੱਕ ਪਾਤਰ ਜੇ, ਇੱਕ ਝੋਲੀ ਜੇ, ਉਨੀ ਹੀ ਭਾਵਨਾ ਦੇ ਨਾਲ ਗੁਰੂ ਭਰ ਕੇ ਦੇਵੇਗਾ। ਸਾਡਾ ਹਾਲ ਪਤਾ ਕਿੱਦਾਂ ਦਾ? ਮੰਨ ਲਓ ਘਰ ਦੇ ਬਾਰ-ਬਾਰ ਦੁੱਧ ਹੀ ਆਉਂਦਾ ਹੈ, ਦੁੱਧ ਪਾਉਣ। ਅਸੀਂ ਘਰਾਂ 'ਚ ਕਿੰਨਾ ਦੁੱਧ ਲੈਂਦੇ ਹਾਂ? 2 ਕਿਲੋ 4 ਕਿਲੋ। ਘਰ ਦੀ ਸਵਾਣੀ ਜਾਂ ਘਰ ਦਾ ਕੋਈ ਬੰਦਾ ਜਾਵੇ, ਉਹ ਭਾਂਡਾ ਵੱਡਾ ਖੜਦਾ ਜੇ। ਬੱਚਾ ਚੱਲ ਜੇ, ਬੱਚਾ ਕੀ ਖੜੇਗਾ? ਚਮਚਾ ਲੈ ਜਾਏਗਾ, ਕੌਲੀ ਲੈ ਜਾਏਗਾ, ਗਲਾਸ ਲੈ ਜਾਏਗਾ। ਉਹ ਦੋਧੀ ਨੇ ਤਾਂ ਪਾ ਹੀ ਦੇਣਾ। ਉਹਨੂੰ ਪਤਾ ਭਰਾਵਾ ਤੁਹਾਡਾ ਤਾਂ 4 ਕਿਲੋ ਦੁੱਧ ਲੱਗਾ, ਤੂੰ ਤਾਂ ਗਲਾਸ ਲੈ ਕੇ ਆ ਗਿਆ, ਇਹਦੇ 'ਚ ਤੇ ਪਾਈਆ ਕੁ ਪੈਣਾ ਹੈ। ਵੱਡਾ ਭਾਂਡਾ ਲਿਆ, ਤੈਨੂੰ ਮੈਂ ਦੁੱਧ ਵੱਧ ਪਾ ਦਾਂ। ਗੁਰਮੁਖੋ ਇਹ ਭਾਵਨਾ ਦਾ ਭਾਂਡਾ ਹੈ। ਜਿੰਨਾ ਵੱਡਾ ਭਾਵਨਾ ਦਾ ਭਾਂਡਾ ਲਿਆਓਗੇ, ਗੁਰੂ ਓਨੇ ਹੀ ਫਲ। ਅਸੀਂ ਤੇ ਨਿੱਕੀਆਂ ਨਿੱਕੀਆਂ ਕੌਲੀਆਂ ਚੁੱਕੀ ਆਉਂਦੇ ਆ, ਉਹ ਵੀ ਸਾਡੀਆਂ ਇੱਕ ਪਾਸੇ ਹਉਮੈ ਲੱਗੀ ਹੁੰਦੀ। ਜਿਵੇਂ ਭਾਂਡਿਆਂ 'ਚ ਥਾਲੀ 'ਚ ਸਬਜ਼ੀ ਪਈ ਹੁੰਦੀ ਨਾ, ਗੁਰੂ ਘਰ ਦੀਆਂ ਥਾਲੀਆਂ ਗੋਲ ਹੁੰਦੀ ਹੈ, 3-4 ਖਾਨੇ ਹੁੰਦੇ, ਭਰੇ ਹੁੰਦੇ ਨੇ। ਉਹ ਸਾਡੇ ਵੀ ਇਦਾਂ ਦੇ, ਇੱਕ ਪਾਸੇ ਹਉਮੈ ਲੱਗੀ ਹੈ, ਇੱਕ ਪਾਸੇ ਵਿਕਾਰ ਲੱਗੇ, ਤੇ ਗੁਰੂ ਦੀ ਬਖਸ਼ਿਸ਼ ਕਿੱਥੇ ਪੈਣੀ ਹੈ? ਉਹਦੇ ਵਾਸਤੇ ਤੇ ਥਾਂ ਹੀ ਕੋਈ ਨਹੀਂ ਛੱਡੀ। ਬਾਹਰ ਭਾਂਡਾ ਖਾਲੀ ਕਰਕੇ ਭਾਵਨਾ ਦਾ ਭਾਂਡਾ ਲੈ ਕੇ ਆਇਆ ਕਰੋ। ਗੁਰੂ ਦਾਤਾਂ ਵੰਡਣ ਨੂੰ ਹੀ ਬੈਠਾ, ਇਹ ਹੈਗਾ ਹੀ ਦਾਤਾ ਹੈ। ਇਹਦਾ ਕੰਮ ਹੀ ਇਦਾਂ ਦਾ। ਤੁਸੀਂ ਬੈਂਕ 'ਚ ਜਾਂਦੇ ਜੇ, ਉੱਥੇ 2 ਕੰਮ ਨੇ, ਪੈਸੇ ਜਮ੍ਹਾਂ ਹੁੰਦੇ ਨੇ ਤੇ ਪੈਸੇ ਮਿਲਦੇ ਨੇ। ਇੱਥੇ ਵੀ 2 ਕੰਮ ਨੇ, ਇੱਥੇ ਔਗਣ ਜਮ੍ਹਾਂ ਹੁੰਦੇ ਨੇ ਤੇ ਰਹਿਮਤਾਂ ਮਿਲਦੀਆਂ ਨੇ। ਤੁਸੀਂ ਪਾਪ ਕਰਕੇ ਆਉਂਦੇ ਜੇ, ਆਪਣੇ ਪਾਪ ਗੁਰੂ ਨੂੰ ਦੇ ਜਾਓ। ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਤੇ ਸੁੱਖਾਂ ਦੀਆਂ ਦਾਤਾਂ ਲੈ ਕੇ ਅਸੀਂ ਇੱਥੋਂ ਘਰ ਜਾਂਦੇ ਹਾਂ। ਪਰ ਮਿਲਨੇ ਤਾਂ ਜੇ ਭਾਂਡਾ, ਕੋਈ ਚੀਜ਼, ਲਿਫਾਫਾ, ਥੈਲਾ, ਕੁਝ ਭਾਵਨਾ ਦੀ ਝੋਲੀ ਬਣਾ ਕੇ ਆਓਗੇ। ਸੋ ਸਤਿਗੁਰੂ ਕਹਿ ਲਗੇ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ। ਮਾਨ ਆਪਣੇ ਆਪ ਨੂੰ ਖਤਮ ਕਰਕੇ ਸੇਵਾ ਕਰ, ਤੇਰੇ ਅੰਦਰ ਪ੍ਰਮਾਤਮਾ ਦੀ ਰਹਿਮਤ ਟਿਕ ਜਾਵੇਗੀ। ਕੁਝ ਮਾਨ ਇੱਜ਼ਤ ਉਹਦੇ ਚਰਨਾਂ 'ਚ ਮਿਲੇਗਾ। ਅੱਗੇ ਕਹਿ ਲਗੇ, ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਕਹਿ ਲਗੇ, ਜਿਸ ਪ੍ਰਮਾਤਮਾ ਦੇ ਨਾਲ ਜੁੜਿਆ ਹੈ ਨਾ, ਜੁੜਿਆ ਹੋਇਆ ਹੀ ਪ੍ਰਮਾਤਮਾ ਦੇ ਵਿੱਚ ਅਭੇਦ ਹੈ। ਜੇ ਅਭੇਦਤਾ ਹਾਸਲ ਹੋ ਗਈ ਤਾਂ ਹੀ ਤੇਰੀ ਇੱਥੇ ਸੇਵਾ ਸਫਲ, ਤਾਂ ਹੀ ਕਬੂਲ ਹੋਣਾ ਹੈ। ਜੇ ਅਭੇਦਤਾ ਹਾਸਲ ਨਾ ਹੋਈ, ਤੇ ਉਹ ਜੀਵਨ ਦੇ ਵਿੱਚ ਕਮਾਈਆਂ ਕਰਨ ਦਾ ਕੋਈ ਲਾਭ ਨਹੀਂ। ਅਖੀਰਲੀ ਪੰਕਤੀ ਦੇ ਮੈਂ ਅਖਰੀ ਅਰਥ ਕਰ ਦਿੱਤੇ। ਇਹਨੂੰ ਹੀ ਥੋੜ੍ਹਾ ਜਿਹਾ ਕੱਲ੍ਹ ਸਾਖੀ ਦੇ ਨਾਲ ਵਾਚਾਂਗੇ ਕਿ ਕਿਵੇਂ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਦਾ ਹੈ, ਉਹ ਕਿਵੇਂ ਪ੍ਰਮਾਤਮਾ ਦੇ ਚਰਨਾਂ 'ਚ ਪ੍ਰਵਾਨ ਹੁੰਦਾ। ਇਹ ਵਿਚਾਰ ਕੱਲ੍ਹ ਨੂੰ। ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।